ਵਾਹਿਗੁਰੂ। ਕੋਈ ਤੀਰਥਾਂ ਦੀ ਯਾਤਰਾ 'ਤੇ ਚਲਿਆ ਜਾਵੇ, ਕੋਈ ਹੋਰ ਤਰ੍ਹਾਂ ਦੇ ਕਰਮ ਕਰ ਲਵੇ। ਅਨੇਕਾਂ ਤਰ੍ਹਾਂ ਦੇ ਜਿਵੇਂ 10 ਪੁਰਬ ਮੰਨੇ ਹੋਏ ਆ, ਮੱਸਿਆ ਸੰਗਰਾਂਦ ਇਤਿਆਦਿਕ ਹੋਰ ਤਰ੍ਹਾਂ ਦੇ ਇਕਾਦਸ਼ੀ ਦੁਆਦਸ਼ੀ ਹੋਰ ਕੁਝ, ਇਹ ਸਾਰਾ ਕੁਝ ਹੀ ਕੋਈ ਬੰਦਾ ਮਨਾ ਲਵੇ ਤਾਂ ਕਹਿੰਦੇ ਫਿਰ ਵੀ ਜਿਹੜਾ ਆਪਣੇ ਗੁਰੂ ਦਾ ਪੁਰਬ ਮਨਾਉਣਾ ਹੈ, ਗੁਰਪੁਰਬ ਮਨਾਉਣਾ ਹੈ, ਉਹਦੇ ਬਰਾਬਰ ਨਹੀਂ ਇਹ ਕੁਝ ਵੀ ਪਹੁੰਚ ਸਕਦਾ ਹੈ। ਤਾਂ ਹੀ ਭਾਈ ਗੁਰਦਾਸ ਜੀ ਨੇ ਕਿਹਾ, ਧੰਨ ਧੰਨ ਸੋ ਗੁਰਸਿੱਖ ਕਹੀਏ, ਭਾਏ ਭਗਤ ਗੁਰਪੁਰਬ ਕਰੰਦੇ। ਭਾਈ ਉਹ ਗੁਰਸਿੱਖਾਂ ਨੂੰ ਧੰਨ ਧੰਨ ਆਖੋ ਜਿਹੜੇ ਪ੍ਰੇਮ ਭਗਤੀ ਦੇ ਨਾਲ ਆਪਣੇ ਗੁਰੂ ਦੇ ਦਿਹਾੜੇ ਮਨਾਉਣਾ ਕਰਦੇ ਨੇ। ਅਤੇ ਉਹ ਗੁਰੂ ਸਾਹਿਬਾਨ ਭਾਈ ਜਿਨ੍ਹਾਂ ਨੇ ਕਹਿ ਲਓ ਦੇਸ਼ ਕੌਮ ਵਾਸਤੇ ਆਪਣਾ ਸਾਰਾ ਸਰਬੰਸ ਕੁਰਬਾਨ ਕੀਤਾ ਹੋਇਆ ਹੈ। ਇੱਥੇ ਦੁਨੀਆ ਦੀ ਆਜ਼ਾਦੀ ਵਾਸਤੇ ਜਿਨ੍ਹਾਂ ਸਤਿਗੁਰਾਂ ਨੇ ਆਪ ਮਨੁੱਖੀ ਜਾਮਾਂ ਧਾਰ ਕੇ ਤੇ ਸੰਘਰਸ਼ ਕੀਤੇ ਨੇ, ਆਪਣੇ ਬੱਚੇ ਇਸ ਦੇਸ਼ ਕੌਮ ਤੋਂ ਆਪਣੇ ਹੱਥੀਂ ਤੋਰ ਕੇ ਕੁਰਬਾਨ ਕੀਤੇ ਨੇ। ਫਿਰ ਐਸੇ ਗੁਰੂ ਸਾਹਿਬਾਨਾਂ ਨੂੰ ਭਾਈ ਚੇਤੇ ਤਾਂ ਕਰਨਾ ਬਣਦਾ ਹੀ ਹੈ ਨਾ। ਤਾਂ ਕਰਕੇ ਸਭ ਦਾ ਸਾਡਾ ਫਰਜ਼ ਬਣਦਾ, ਜਿੰਨੇ ਵੀ ਆਪਾਂ ਮਾਈ ਭਾਈ ਗੁਰੂ ਘਰ ਦੇ ਨਾਲ ਜੁੜੇ ਹੋਏ ਹਾਂ, ਵਿਆਹ ਹੈ, ਚਾਹੇ ਖੁਸ਼ੀ ਦੇ ਕੋਈ ਹੋਰ ਸਮਾਗਮ ਨੇ, ਚਾਹੇ ਕਹਿ ਲਓ ਕਿ ਕੋਈ ਸਾਡਾ ਗਮੀ ਦਾ ਕੋਈ ਸਮਾਗਮ ਹੋ ਗਿਆ, ਮਰਗ ਦਾ ਸਮਾਗਮ, ਸਭ ਥਾਵਾਂ 'ਤੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹਾਂ, ਪਾਠ ਕਰਾਉਂਦੇ ਹਾਂ, ਅਰਦਾਸਾਂ ਕਰਾਉਂਦੇ ਹਾਂ। ਜਦੋਂ ਇਹ ਕੁਝ ਕਰਦੇ ਹਾਂ ਤਾਂ ਫਿਰ ਜਦੋਂ ਇਸੇ ਹੀ ਗੁਰੂ ਸਾਹਿਬਾਨਾਂ ਦੇ ਕੁਝ ਦਿਹਾੜੇ ਆਉਂਦੇ ਨੇ ਤਾਂ ਫਿਰ ਉਹ ਵੀ ਸਾਨੂੰ ਸ਼ਰਧਾ ਭਾਵਨਾ ਅਤੇ ਬੜੇ ਚਾਅ ਦੇ ਨਾਲ ਭਾਈ ਮਨਾਉਣੇ ਚਾਹੀਦੇ ਹਨ, ਉਤਸ਼ਾਹ ਰੱਖ ਕਰਕੇ। ਇਸ ਕਰਕੇ ਅੱਜ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਹੈ। ਆਓ ਆਪਾਂ ਆਪਣੀ ਸ਼ਰਧਾ ਦੇ ਫੁੱਲ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਭੇਟਾ ਕਰੀਏ, ਪਿਆਰ ਦੇ ਨਾਲ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜੁੜੀਏ। ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਸਤਿਗੁਰਾਂ ਨੂੰ ਸਿੱਖ ਸਮਾਜ, ਸਾਰਾ ਪੰਥ ਅਨੇਕਾਂ ਨਾਵਾਂ ਦੇ ਨਾਲ ਚੇਤੇ ਕਰਦਾ ਹੈ, ਜਿਨ੍ਹਾਂ ਨੂੰ ਆਪਾਂ ਦਸ਼ਮੇਸ਼ ਪਾਤਸ਼ਾਹ ਵੀ ਕਹਿੰਦੇ ਹਾਂ। 10ਵੀਂ ਥਾਂ 'ਤੇ ਸਾਡੇ ਗੁਰੂ ਮਹਾਰਾਜ ਜੀ ਹਨ। ਫਿਰ ਕਲਗੀਆਂ ਵਾਲਾ, ਬਾਜਾਂ ਵਾਲਾ, ਤਾਜਾਂ ਵਾਲਾ, ਨੀਲੇ ਦਾ, ਸ਼ਾਹ ਸਵਾਰ, ਫਿਰ ਇਸੇ ਤਰੀਕੇ ਦੇ ਨਾਲ ਬਾਦਸ਼ਾਹ, ਦਰਵੇਸ਼, ਕਿੰਨੇ ਨਾਮ ਨੇ ਜਿਹੜੇ ਆਪਾਂ ਮਹਾਰਾਜ ਜੀ ਦੇ ਲਈ ਵਰਤਦੇ ਹਾਂ। ਬੇਅੰਤ ਨਾਮ ਭਾਈ ਨੰਦ ਲਾਲ ਸਾਹਿਬ ਜੀ ਨੇ ਆਪਣੇ ਗੰਜਨਾਮੇ ਵਿੱਚ ਲਿਖੇ ਹੋਏ ਨੇ, ਦਸਮ ਪਾਤਸ਼ਾਹ ਮਹਾਰਾਜ ਜੀ ਦੇ ਨਾਮ ਦੇ ਨਾਲ ਜੋੜ ਕੇ। ਹੱਕ ਰਾਹ ਗੰਜੂਰ ਗੁਰੂ ਗੋਬਿੰਦ ਸਿੰਘ, ਫਿਰ ਗਿਆ ਅੱਗੇ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ, ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ। ਬੇਅੰਤ ਨਾਮਾਂ ਦੇ ਨਾਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਕੀਤੀ ਹੈ, ਔਰ ਗੁਰੂ ਮਹਾਰਾਜ ਜੀ ਇਹਨਾਂ ਵਡਿਆਈਆਂ ਦੇ ਮਾਲਕ ਹਨ। ਐਸੇ ਸਤਿਗੁਰੂ ਜੀ ਜਿਨ੍ਹਾਂ ਦੀ 42.5 ਸਾਲ ਸਰੀਰਕ ਜਿਹੜਾ ਮਹਾਰਾਜ ਜੀ ਨੇ ਜਾਮਾ ਧਾਰਿਆ ਉਸ ਦੀ ਉਮਰ ਹੈ, ਔਰ 42.5 ਸਾਲਾਂ ਦੇ ਵਿੱਚ ਗੁਰੂ ਮਹਾਰਾਜ ਜੀ ਨੇ ਐਸਾ ਇਤਿਹਾਸ ਸਿਰਜ ਦਿੱਤਾ ਹੈ ਕਿ ਜਿਹੜਾ ਤਕਰੀਬਨ ਕਹਿ ਲਓ ਕਿ 300-350 ਸਾਲ ਹੋ ਚੱਲੇ। ਸੈਂਕੜੇ ਹਜ਼ਾਰਾਂ ਕਿਤਾਬਾਂ ਮਹਾਰਾਜ ਜੀ ਦੇ ਉੱਪਰ ਲਿਖੀਆਂ ਜਾ ਚੁੱਕੀਆਂ ਨੇ, ਪਰ ਫਿਰ ਵੀ ਮਹਾਰਾਜ ਜੀ ਦੇ 42.5 ਸਾਲਾਂ ਦਾ ਇਤਿਹਾਸ ਦਾ ਪਾਰ ਉਰਾਰ ਨਹੀਂ ਆਉਂਦਾ। ਜੀਵਨ ਦੇ ਕੌਤਕ ਜਿਹੜੇ ਹੈ ਉਹ ਕਲਮਬੰਦ ਨਹੀਂ ਮੁਕੰਮਲ ਤੌਰ 'ਤੇ ਕੀਤੇ ਜਾਂਦੇ। ਹਰੇਕ ਲਿਖਾਰੀ ਪੁਸਤਕ ਲਿਖਣ ਤੋਂ ਬਾਅਦ ਇਹੀ ਹੱਥ ਜੋੜ ਦਿੰਦਾ ਹੈ ਕਿ ਮਹਾਰਾਜ ਤੁਹਾਡੀ ਮਹਿਮਾ ਤਾਂ ਅਪਰ ਅਪਾਰ ਹੈ, ਤੁਹਾਡੀ ਵਡਿਆਈ ਨੂੰ ਤੁਸੀਂ ਆਪ ਹੀ ਜਾਣੋ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਓ ਕਿੱਥੇ ਚੜ੍ਹਦੀ ਤਰਫ ਪਟਨਾ ਸਾਹਿਬ, ਜਿਸ ਪਵਿੱਤਰ ਸਥਾਨ ਨੂੰ ਆਪਾਂ ਕਹਿੰਦੇ ਹਾਂ, ਉੱਥੇ ਮਹਾਰਾਜ ਜੀ ਦੇ ਸਾਧ ਸੰਗਤ ਜੀ ਆਗਮਨ ਹੁੰਦੇ ਨੇ।
1723 ਬਿਕਰਮੀ ਦੇ ਵਿੱਚ ਪੋਹ ਸੁਦੀ 7ਵੀਂ ਨੂੰ ਉੱਥੇ ਸਤਿਗੁਰੂ ਮਹਾਰਾਜ ਜੀ ਨੇ ਕੁਝ ਸਮਾਂ ਆਪਣੇ ਜੀਵਨ ਦਾ ਬਤੀਤ ਕੀਤਾ। ਬਚਪਨ ਦੇ 5 ਕੁ ਵਰ੍ਹੇ ਕਹਿੰਦੇ ਉੱਥੇ ਰਹੇ ਨੇ। ਬਹੁਤ ਉੱਥੇ ਕੌਤਕ ਕੀਤੇ ਹੈ। ਜਿੱਥੇ ਉੱਥੇ ਪੰਡਤ ਨੂੰ ਨਿਹਾਲ ਕੀਤਾ, ਰਾਜਾ ਫਤਿਹ ਚੰਦ ਮੈਣੀ ਉਹਨੂੰ ਕਰਤਾਰਥ ਕੀਤਾ, ਉਹਦੀ ਰਾਣੀ ਨੂੰ ਕਿ ਕਰਤਾਰਥ ਕੀਤਾ ਹੈ। ਹੋਰ ਉੱਥੋਂ ਦੀਆਂ ਸੰਗਤਾਂ ਮਾਈ ਭਾਈ ਜਿੰਨੇ ਵੀ ਸਨ, ਸਭ ਨੂੰ ਗੁਰੂ ਮਹਾਰਾਜ ਜੀ ਨੇ ਛੋਟੀ ਅਵਸਥਾ ਵਿੱਚ ਬੜੀਆਂ ਬਖਸ਼ਿਸ਼ਾਂ ਕੀਤੀਆਂ। ਉੱਥੇ ਇੱਕ ਇਹ ਵੀ ਕੌਤਕ ਕੀਤਾ, ਬਚਪਨ ਦੇ ਵਿੱਚੋਂ ਹੀ ਮਾਤਾ ਜੀ ਨੇ ਮਹਾਰਾਜ ਜੀ ਦੇ ਹੱਥਾਂ ਵਿੱਚ ਸੋਨੇ ਦੇ ਕੰਗਣ ਪਾਏ ਸਨ। ਗੁਰੂ ਮਹਾਰਾਜ ਜੀ ਬਚਪਨ ਦੀ ਅਵਸਥਾ ਬਾਹਰ ਖੇਡਣ ਗਏ, ਨਾਲ ਹੀ ਗੰਗਾ ਵਗਦੀ ਆਪਾਂ ਦੇਖਦੇ ਹਾਂ ਜਾ ਕੇ। ਉਹ ਨਦੀ ਵਿੱਚ ਇੱਕ ਸੁੱਟ ਆਏ। ਜਦੋਂ ਘਰ ਆਏ ਤਾਂ ਮਾਤਾ ਜੀ ਨੇ ਪੁੱਛਿਆ, ਬੇਟਾ ਜੀ ਤੁਹਾਡੇ ਹਸਤ ਕਮਲਾਂ ਵਿੱਚ ਕੰਗਣ ਪਾਏ ਸੀ ਸੋਨੇ ਦੇ, ਇੱਕ ਕੰਗਣ ਦਿਸਦਾ ਨਹੀਂ, ਕਿੱਥੇ ਹੈ? ਕਹਿੰਦੇ ਮਾਤਾ ਜੀ ਉਹ ਤਾਂ ਬਾਹਰ ਡਿੱਗ ਗਿਆ। ਕਹਿੰਦੇ ਚਲੋ ਪੁੱਤਰ ਦਿਖਾਓ ਮੈਨੂੰ, ਕਿੱਥੇ ਸੁੱਟ ਦਿੱਤਾ ਤੁਸੀਂ? ਮਾਤਾ ਗੁਜਰ ਕੌਰ ਜੀ ਨੂੰ ਨਾਲ ਲੈ ਗਏ। ਲਿਜਾ ਕੇ ਗੰਗਾ ਨਦੀ ਦੇ ਕਿਨਾਰੇ 'ਤੇ ਦੂਜਾ ਕੜਾ ਵੀ ਲਾ ਕੇ ਇਹਨਾਂ 'ਤੇ ਵਗਾ ਕੇ ਨਦੀ ਵਿੱਚ ਸੁੱਟਿਆ। ਕਹਿੰਦੇ ਮਾਤਾ ਜੀ ਇੱਥੇ ਕਿ ਸੁੱਟਿਆ ਸੀ, ਇੱਥੇ ਕਿ ਡਿੱਗਾ ਸੀ? ਦੇਖ ਕੇ ਮਾਤਾ ਜੀ ਤਾਂ ਕਿ ਬੜੇ ਹੈਰਾਨ ਹੋਏ। ਫਿਰ ਆਪਣੇ ਪਤੀ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਬੋਲਾਂ ਨੂੰ ਚੇਤੇ ਕੀਤਾ ਕਿ ਇਹ ਦੁਨੀਆ ਦੇ ਅੰਦਰ ਬੜਾ ਤਿਆਗੀ ਸੂਰਮਾ ਯੋਧਾ ਪ੍ਰਗਟ ਹੋਇਆ ਹੈ। ਤੋ ਉਹ ਮਹਾਰਾਜ ਜੀ ਨੇ ਇੱਕ ਸੰਦੇਸ਼ ਕਿ ਦੁਨੀਆ ਨੂੰ ਦੱਸ ਦਿੱਤਾ। ਮਾਤਾ ਜੀ ਨੂੰ ਵੀ ਸੂਖਸ਼ਮ ਰੂਪ ਦੇ ਅੰਦਰ ਸਮਝਾ ਦਿੱਤਾ ਕਿ ਮਾਤਾ ਜੀ ਸਮਾਂ ਆਵੇਗਾ, ਇਹਨਾਂ ਹੱਥਾਂ ਦੇ ਨਾਲ ਬਹੁਤ ਕੁਝ ਅਜੇ ਕਰਨਾ ਹੈ। ਸਮਾਂ ਆਏਗਾ, ਇਹਨਾਂ ਹੱਥਾਂ ਵਿੱਚ ਹੀ ਆਪਣੇ ਪਿਤਾ ਦਾ ਕੱਟਿਆ ਹੋਇਆ ਜਿਹੜਾ ਸੀਸ ਹੈ ਉਹ ਵੀ ਫੜਨਾ ਪੈਣਾ ਜੀ। ਫਿਰ ਇਹਨਾਂ ਹੱਥਾਂ ਦੇ ਨਾਲ ਸਾਰੀ ਸਿੱਖ ਕੌਮ ਜਿਹੜੀ ਹੈ ਇਹਦੀ ਵਾਗ ਡੋਰ ਸੰਭਾਲਣੀ ਹੈ। ਹੋਰ ਸਮਾਂ ਬਣੇਗਾ, ਇਹਨਾਂ ਹੱਥਾਂ ਦੇ ਨਾਲ ਹੀ ਬੜੀ ਲਿਖਾਈ ਕਰਨੀ ਹੈ, ਵੱਡੇ ਇਤਿਹਾਸ ਲਿਖਣੇ ਹੈ, ਗੁਰੂ ਕੀ ਬਾਣੀ ਲਿਖਣੀ ਹੈ। ਇਹਨਾਂ ਹੱਥਾਂ ਨਾਲ 5 ਪਿਆਰਿਆਂ ਦੇ ਸੀਸ ਲੈਣੇ ਹੈ, ਉਹਨਾਂ ਨੂੰ ਅੰਮ੍ਰਿਤ ਦੀ ਦਾਤ ਦੇਣੀ ਇਹਨਾਂ ਹੱਥਾਂ ਦੇ ਨਾਲ। ਖਾਲਸਾ ਪੰਥ ਸਾਜਣਾ ਹੈ। ਇਹਨਾਂ ਹੱਥਾਂ ਦੇ ਨਾਲ ਸਮਾਂ ਪਾ ਕੇ ਆਪਣੇ ਸਾਹਿਬਜ਼ਾਦੇ ਜਿਹੜੇ ਹੈ ਉਹ ਵੀ ਮੈਦਾਨੇ ਜੰਗ 'ਚ ਤੋਰਨੇ ਹੈ। ਇਹਨਾਂ ਹੱਥਾਂ ਦੇ ਨਾਲ ਮਾਤਾ ਜੀ ਕਿਸੇ ਸਮੇਂ ਨੰਦੇੜ ਦੀ ਧਰਤੀ 'ਤੇ ਜਾ ਕੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਵੀ ਬਖਸ਼ਿਸ਼ ਕਰਨੀ ਹੈ। ਜੇ ਹੁਣੇ ਹੀ ਇਹਨਾਂ ਹੱਥਾਂ ਨੂੰ ਮਾਇਆ ਦੇ ਜਕੜ ਵਿੱਚ ਬੰਨ੍ਹ ਕੇ ਰੱਖ ਦਿੱਤਾ, ਕਿਉਂਕਿ ਸੋਨਾ ਇੱਕ ਮਾਇਆ ਹੈ, ਅਤੇ ਫਿਰ ਐਡੇ ਵੱਡੇ ਕਾਰਜ ਮੈਂ ਕਿਵੇਂ ਕਰਾਂਗਾ? ਇਹ ਸਤਿਗੁਰੂ ਜੀ ਨੇ ਇੱਕ ਤਿਆਗ ਭਾਵਨਾ ਵੀ ਉੱਥੇ ਦਿਖਾ ਦਿੱਤੀ ਹੈ। ਇਹ ਬਚਪਨ ਦੀ ਸਾਖੀ। ਸੋ 5 ਕੁ ਸਾਲ ਮਹਾਰਾਜ ਜੀ ਉੱਥੇ ਰਹੇ ਨੇ। ਮਹਾਰਾਜ ਜੀ ਦੇ ਹੁਕਮ ਅਨੁਸਾਰ ਫਿਰ ਕਲਗੀਧਰ ਜੀ ਚੋਜੀ ਪ੍ਰੀਤਮ ਉੱਥੋਂ ਪਟਨੇ ਸਾਹਿਬ ਤੋਂ ਚੱਲੇ। ਚੱਲਦਿਆਂ ਹੋਇਆਂ ਰਸਤੇ ਦੇ ਵਿੱਚ ਅਨੇਕਾਂ ਥਾਵਾਂ ਨੂੰ ਭਾਗ ਲਾਉਂਦੇ ਹੋਏ ਅਤੇ ਮਹਾਰਾਜ ਜੀ ਅਨੰਦਪੁਰ ਸਾਹਿਬ ਆਏ। ਇੱਥੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ 2-2.5 ਸਾਲ ਹੀ ਆਪਣੇ ਪਿਤਾ ਦੀ ਗੋਦੀ ਦਾ ਆਨੰਦ ਮਾਣ ਸਕੇ। ਉੱਥੇ ਵੀ ਬਸ ਕੁਝ ਕੁ ਸਮਾਂ ਪਟਨਾ ਸਾਹਿਬ ਦੇ ਵਿੱਚ ਮਹਾਰਾਜ ਜੀ ਮਿਲੇ, ਕਿਉਂਕਿ ਜਦੋਂ ਮਹਾਰਾਜ ਜੀ ਦਾ ਆਗਮਨ ਹੋਇਆ ਉਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਅਸਾਮ ਦੇ ਵਿੱਚ ਗਏ ਸੀ। ਉੱਥੇ ਰਾਜਿਆਂ ਦੀ ਸੁਲ੍ਹਾ ਕਰਾਈ, ਸੰਗਤਾਂ ਨੂੰ ਨਿਹਾਲ ਕੀਤਾ ਸੀ। ਉੱਥੇ ਮਹਾਰਾਜ ਜੀ ਕਈ ਵਰ੍ਹੇ ਰਹੇ ਅਤੇ ਜਦੋਂ ਆਏ ਸਨ ਮਹਾਰਾਜ ਜੀ ਪਟਨੇ ਦੇ ਵਿੱਚ ਗੁਰੂ ਕਾ ਬਾਗ ਬਣਿਆ ਹੋਇਆ ਸੋਹਣਾ ਗੁਰਦੁਆਰਾ ਕਰੀਮ ਬਖਸ਼ ਰਹੀਮ ਬਖਸ਼ ਦਾ ਥਾਂ ਸੀ ਉਹ। ਉੱਥੇ ਮੇਲ ਮਿਲਾਪ ਹੋਇਆ। ਉੱਥੇ ਮਹਾਰਾਜ ਕੁਝ ਕੁ ਸਮਾਂ ਰਹੇ ਅਤੇ ਉੱਥੋਂ ਫਿਰ ਮਹਾਰਾਜ ਜੀ ਅਨੰਦਪੁਰ ਸਾਹਿਬ ਨੂੰ ਆ ਗਏ ਸਨ। ਇੱਦਾਂ ਜਿਹੜਾ ਪਿਤਾ ਪੁੱਤਰ ਦਾ ਮਿਲਾਪ ਸੀ ਨਾ, ਉਹ ਬਹੁਤ ਸੰਗਤ ਜੀ ਘੱਟ ਹੋਇਆ। ਇੱਥੇ ਵੀ ਸਾਰਾ 2-2.5 ਸਾਲ ਅਨੰਦਪੁਰ ਸਾਹਿਬ ਦੇ ਵਿੱਚ ਰਿਹਾ। ਸਮਾਂ ਆ ਗਿਆ ਅਤੇ ਉਹ ਜਿਵੇਂ ਔਰੰਗਜ਼ੇਬ ਨੇ ਉਸ ਸਮੇਂ ਹਿੰਦੂ ਜਿਹੜੀ ਕੌਮ ਸੀ ਇਹਨਾਂ 'ਤੇ ਜ਼ੁਲਮ ਸਿਤਮ ਢਾਇਆ ਹੋਇਆ ਸੀ। ਕਸ਼ਮੀਰੀ ਪੰਡਤ ਇਕੱਠੇ ਹੋ ਕੇ ਮਹਾਰਾਜ ਜੀ ਦੇ ਕੋਲ ਆਏ ਸੀ। ਸਾਰੇ ਹਿੰਦੂ ਪੰਡਤ ਜਿੰਨੇ ਵੀ ਸਨ ਵੱਡੇ ਵੱਡੇ ਉਸ ਸਮੇਂ
ਹੱਥ ਜੋੜੇ ਸੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲੇ। ਅਤੇ ਦਸਮ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਉਹਨਾਂ ਦੀ ਚਿੰਤਾ ਵੇਖ ਕਰਕੇ ਬੇਨਤੀ ਕੀਤੀ, ਮਹਾਰਾਜ ਇਹ ਪੰਡਤ ਕਿਉਂ ਰੋ ਰਹੇ ਹੈ? ਮਹਾਰਾਜ ਕਹਿੰਦੇ ਕਿ ਇਹਨਾਂ ਦਾ ਪੰਥ ਜਿਹੜਾ ਹੈ ਉਹ ਖਤਰੇ ਦੇ ਵਿੱਚ ਹੈ। ਮਹਾਰਾਜ ਕਿਵੇਂ ਬਚੇ? ਕੋਈ ਮਹਾਨ ਪੁਰਸ਼ ਜਦੋਂ ਆਪਣੇ ਬਲੀਦਾਨ ਦੇਵੇਗਾ, ਆਪਣਾ ਸੀਸ ਭੇਟਾ ਕਰੇਗਾ, ਤਾਂ ਕਹਿੰਦੇ ਇਹਨਾਂ ਦਾ ਪੰਥ ਦਾ ਬੇੜਾ ਡੁੱਬਣ ਤੋਂ ਬਚੇਗਾ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਫਿਰ ਮਹਾਰਾਜ ਤੁਸੀਂ ਕਿਹੜੀ ਚਿੰਤਾ 'ਚ ਪੈ ਗਏ? ਤੁਹਾਡੇ ਤੋਂ ਵੱਡਾ ਹੋਰ ਤਪੱਸਵੀ ਅਤੇ ਮਹਾਨ ਮਹਾਤਮਾ ਤਪੱਸਵੀ ਕਿਹੜਾ ਹੋਵੇਗਾ? ਆਪ ਕਿਉਂ ਨਹੀਂ ਇਹਨਾਂ ਦੇ ਡੁੱਬਦੇ ਹੋਏ ਬੇੜੇ ਨੂੰ ਸਹਾਰਾ ਬਣ ਕੇ ਤਾਰਦੇ? ਮਹਾਰਾਜ ਸੱਚੇ ਪਾਤਸ਼ਾਹ ਜੀ ਬੜੇ ਖੁਸ਼ ਹੋਏ। ਪੰਡਤਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਵੀ ਛੋਟੀ ਜਿਹੀ ਉਮਰ ਦਾ ਬੱਚਾ ਅਤੇ ਦੇਖ ਲਓ ਕਿੱਡੀ ਵੱਡੀ ਬਾਤ ਕਹਿ ਰਿਹਾ ਹੈ। ਇੱਦਾਂ ਸੰਗਤ ਜੀ ਉੱਥੇ ਇਹ ਵਾਰਤਾ ਹੋਈ। ਲੰਮੇ ਚੱਲੋ ਸਾਖੀਆਂ ਨੇ, ਆਪਾਂ ਮਹਾਰਾਜ ਦੇ ਜੋਤੀ ਜੋਤ ਪੁਰਬ ਵੱਲ ਪਾਸੇ ਆਈਏ। ਗੁਰੂ ਤੇਗ ਬਹਾਦਰ ਸਾਹਿਬ ਜੀ ਉਸ ਸਮੇਂ ਕਹਿ ਲਓ ਕਿ ਜਿੱਥੇ ਹਿੰਦੂ ਧਰਮ ਦੀ ਰੱਖਿਆ ਦੀ ਖਾਤਰ ਕੁਰਬਾਨੀ ਕੀਤੀ, ਉੱਥੇ ਸਮੁੱਚੀ ਮਾਨਵਤਾ ਦੇ ਭਲੇ ਲਈ ਵੀ ਉਹਨਾਂ ਨੇ ਕੁਰਬਾਨੀ ਕੀਤੀ ਹੈ। ਮਹਾਰਾਜ ਜੀ ਦਾ ਸੀਸ ਭਾਈ ਜੈਤਾ ਜੀ ਲੈ ਕੇ ਅਨੰਦਪੁਰ ਸਾਹਿਬ ਆਉਂਦੇ ਹੈ। ਸਤਿਗੁਰੂ ਕਲਗੀਧਰ ਮਹਾਰਾਜ ਜੀ ਉਹ ਸੀਸ ਨੂੰ ਲੈ ਕੇ ਅਤੇ ਉੱਥੇ ਜਿੱਥੇ ਅੱਜ ਗੁਰਦੁਆਰਾ ਹੈ, ਗੁਰਦੁਆਰਾ ਸ਼ੀਸ਼ਗੰਜ ਸਾਹਿਬ, ਉੱਥੇ ਸਤਿਗੁਰੂ ਜੀ ਨੇ ਸੋਹਣੀ ਚਿਖਾ ਤਿਆਰ ਕਰਵਾਈ, ਮਹਾਰਾਜ ਜੀ ਦਾ ਸੀਸ ਰੱਖਿਆ, ਆਪਣੇ ਹੱਥੀਂ ਝੰਡਾ ਦਿੱਤਾ ਅਤੇ ਉਹਦੇ ਨਾਲ ਹੀ ਬਿਲਕੁਲ ਸਾਹਮਣੇ ਸੰਗਤ ਜੀ ਸਤਿਗੁਰੂ ਮਹਾਰਾਜ ਜੀ ਬੈਠੇ। ਉੱਥੇ ਸਤਿਗੁਰੂ ਜੀ ਨੇ ਕੀਰਤਨ ਸੋਹਿਲੇ ਜੀ ਦਾ ਪਾਠ ਕੀਤਾ ਹੈ, ਅਰਦਾਸ ਕੀਤੀ ਹੈ, ਔਰ ਖਾਲਸਾ ਪੰਥ ਸਾਜਣ ਦੀ ਵੀ ਉਸ ਸਮੇਂ ਮਹਾਰਾਜ ਜੀ ਨੇ ਗੱਲ ਕੀਤੀ। ਸਮਾਂ ਲੰਘਿਆ, ਆਪ ਸਤਿਗੁਰੂ ਮਹਾਰਾਜ ਜੀ ਗੁਰਤਾ ਗੱਦੀ ਦੇ ਮਾਲਕ ਬਣਦੇ ਹੈ। ਭਾਈ ਰਾਮ ਕੋਇਰ ਜੀ ਬਾਬਾ ਬੁੱਢਾ ਜੀ ਦੀ ਅੰਸ ਬੰਸ ਵਿੱਚੋਂ ਉਹਨਾਂ ਨੇ ਮੱਥੇ 'ਤੇ ਉਹ ਟਿੱਕਾ ਲਾਇਆ ਸੀ। ਤੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰਤਾ ਗੱਦੀ ਦੇ ਮਾਲਕ ਹੁਣ ਸਾਰਾ ਕਹਿ ਲਓ ਕਿ ਅੱਗੇ ਆਪ ਮਹਾਰਾਜ ਜੀ ਹੁਣ ਵਾਗਡੋਰ ਦੀ ਸੰਭਾਲਦੇ ਪਏ ਨੇ। ਇੱਥੇ ਹੀ 2 ਸਾਲ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸੰਗਤ ਜੀ ਕਹਿ ਲਓ ਕਿ ਲਾਹੌਰ ਤੋਂ ਰਿਸ਼ਤਾ ਆ ਗਿਆ। ਅਤੇ ਉਹ ਫਿਰ ਮਹਾਰਾਜ ਜੀ ਨੇ ਕਿਹਾ ਜੀ ਵੀ ਲਾਹੌਰ ਤਾਂ ਹੁਣ ਇੱਥੇ ਹੀ ਬਣੇਗਾ। ਫਿਰ ਗੁਰੂ ਕਾ ਲਾਹੌਰ ਬਣਾ ਕਰਕੇ ਇੱਥੇ ਮਹਾਰਾਜ ਜੀ ਦੀ ਪਹਿਲੀ ਸ਼ਾਦੀ ਹੋਈ ਮਾਤਾ ਅਜੀਤ ਕੌਰ ਜੀ ਦੇ ਨਾਲ। ਸਮਾਂ ਪਾ ਕੇ ਸੰਗਤ ਜੀ ਫਿਰ ਦੂਜੀ ਸ਼ਾਦੀ ਹੋਈ, ਪਹਿਲੀ 1734 ਬਿਕਰਮੀ 'ਚ, ਦੂਜੀ 1741 ਬਿਕਰਮੀ ਦੇ ਵਿੱਚ ਮਾਤਾ ਸੁੰਦਰ ਕੌਰ ਜੀ ਦੇ ਨਾਲ, ਇਹ ਵੀ ਲਾਹੌਰ ਤੋਂ ਸਨ। ਅਤੇ ਫਿਰ ਤੀਸਰਾ ਜਿਹੜਾ ਆਨੰਦ ਕਾਰਜ ਸੀ ਮਹਾਰਾਜ ਜੀ ਦਾ, ਉਹ ਮਾਤਾ ਸਾਹਿਬ ਕੌਰ ਜੀ ਦੇ ਨਾਲ ਹੋਇਆ। ਉਹ 1757 ਬਿਕਰਮੀ ਦੇ ਵਿੱਚ ਹੋਇਆ ਸੀ, ਵਿਸਾਖੀ ਤੋਂ ਸਮੇਂ ਤੋਂ। ਇੱਦਾਂ ਸਾਧ ਸੰਗਤ ਜੀ ਮਹਾਰਾਜ ਦੇ 3 ਆਨੰਦ ਕਾਰਜ ਹੋਏ ਸਨ। 2 ਮਾਤਾਵਾਂ ਤੋਂ 4 ਸਾਹਿਬਜ਼ਾਦਿਆਂ ਦਾ ਅੱਗੇ ਜਨਮ ਹੋਇਆ। ਵੱਡੇ ਸਨ ਬਾਬਾ ਅਜੀਤ ਸਿੰਘ ਜੀ, ਜਿਹੜੇ ਕਿ ਮਹਾਰਾਜ ਜੀ ਦੀ ਦੂਜੀ ਸ਼ਾਦੀ ਸੀ ਮਾਤਾ ਸੁੰਦਰ ਕੌਰ ਜੀ ਦੇ ਨਾਲ। ਉਹਨਾਂ ਦੀ ਕੁੱਖ ਤੋਂ ਵੱਡੇ ਸਾਹਿਬਜ਼ਾਦੇ ਦਾ ਆਗਮਨ ਹੋਇਆ ਪਾਉਂਟਾ ਸਾਹਿਬ ਵਿਖੇ। ਬਾਕੀ ਜਿਹੜੇ 3 ਸਾਹਿਬਜ਼ਾਦੇ ਸਨ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਸਾਹਿਬ, ਬਾਬਾ ਫਤਿਹ ਸਿੰਘ ਸਾਹਿਬ, ਇਹਨਾਂ 3 ਸਾਹਿਬਜ਼ਾਦਿਆਂ ਦਾ ਜਨਮ ਮਾਤਾ ਅਜੀਤ ਕੌਰ ਜੀ ਦੀ ਕੁੱਖ ਤੋਂ ਸ੍ਰੀ ਅਨੰਦਪੁਰ ਸਾਹਿਬ ਵੀ ਸਾਧ ਸੰਗਤ ਜੀ ਹੋਇਆ, ਜੋ ਉੱਥੇ ਮਹਾਰਾਜ ਜੀ ਦਾ ਸਥਾਨ ਬਣਿਆ ਹੋਇਆ ਗੁਰੂ ਕੇ ਮਹਿਲ। ਜਦੋਂ ਆਪਾਂ ਜਾ ਕੇ ਅਨੰਦਪੁਰ ਸਾਹਿਬ ਦਰਸ਼ਨ ਕਰਦੇ ਹਾਂ ਤਾਂ ਉੱਥੇ ਸਾਰੇ ਉਹ ਸਥਾਨ ਬਣੇ ਆ ਕਿ ਇਹਨਾਂ ਕਮਰਿਆਂ ਦੇ ਵਿੱਚ ਉਹ ਹੁਣ ਬਣਾਏ ਹੋਏ ਯਾਦਗਾਰ ਉੱਥੇ ਗੁਰੂ ਕੇ ਪ੍ਰਕਾਸ਼ ਨੇ ਵੀ ਇੱਥੇ ਸਾਹਿਬਜ਼ਾਦਿਆਂ ਦੇ ਆਗਮਨ ਹੋਏ ਸੀ। ਇੱਥੇ ਮਾਤਾ ਸਾਹਿਬ ਕੌਰ ਜੀ ਰਹਿੰਦੇ ਸਨ, ਇੱਥੇ ਮਾਤਾ ਗੁਜਰ ਕੌਰ ਜੀ ਰਹਿੰਦੇ ਸੀ। ਬਹੁਤ ਸੋਹਣੀ ਉੱਥੇ ਯਾਦਗਾਰ ਬਣਾਈ ਹੋਈ ਹੈ। ਇੱਦਾਂ ਮਹਾਰਾਜ ਜੀ ਦਾ ਬੜਾ ਸੋਹਣਾ ਸੰਗਤ ਜੀ ਪਰਿਵਾਰ ਹੱਸਦਾ ਵੱਸਦਾ ਉੱਥੇ ਹੋਇਆ। ਅਤੇ ਸਾਹਿਬਜ਼ਾਦੇ ਜਿਹੜੇ ਸਨ ਬਹੁਤ ਹੀ ਕਹਿ ਲਓ ਕਿ ਸੋਹਣੇ ਮਹਾਰਾਜ ਜੀ ਦੇ ਬੱਚੇ ਸਨ। ਬੱਚੇ ਤਾਂ ਸਭਨਾਂ ਦੇ ਸੋਹਣੇ ਹੁੰਦੇ, ਪਰ ਇਹ ਨੂਰਾਨੀ ਚਿਹਰੇ ਸਨ, ਜਿਨ੍ਹਾਂ ਨੇ ਕਹਿ ਲਓ ਕਿ ਇਤਿਹਾਸ ਸਿਰਜ ਕੇ ਜਾਣੇ ਸੀ ਦੁਨੀਆ ਦੇ ਵਿੱਚ। ਸਾਰੇ ਜਿੰਨੇ ਵੀ ਸਿੱਖ ਸਨ ਸਾਹਿਬਜ਼ਾਦਿਆਂ ਦੇ ਨਾਲ ਬੜਾ ਪਿਆਰ ਲਾਡ ਕਰਦੇ। ਸਭ ਤੋਂ ਵੱਧ ਪਿਆਰ ਕਹਿ ਲਓ ਬਾਬਾ ਫਤਿਹ ਸਿੰਘ ਛੋਟੇ ਪੁੱਤਰ ਨੂੰ ਸਭ ਤੋਂ ਵੱਧ ਹੀ ਵੈਸੇ ਪਿਆਰ ਮਿਲਦਾ ਛੋਟੇ ਬੱਚੇ ਨੂੰ। ਅਤੇ ਦੂਜਾ ਮਾਤਾ ਅਜੀਤ ਕੌਰ ਜੀ, ਉਹ ਜੋਤੀ ਜੋਤ ਸਮਾ ਗਏ ਸਨ, ਜਿਸ ਕਰਕੇ ਸਾਹਿਬਜ਼ਾਦੇ ਨੂੰ ਵੈਸੇ ਹੀ ਸਾਰੇ ਬਹੁਤਾ ਲਾਡ ਪਿਆਰ ਕਰਿਆ ਕਰਦੇ। ਸੋ ਇੱਦਾਂ 4 ਸਾਹਿਬਜ਼ਾਦੇ ਸਨ ਮਹਾਰਾਜ ਜੀ ਦੇ ਰਹੇ ਇੱਥੇ।
ਇੱਥੇ ਅਨੰਦਪੁਰ ਸਾਹਿਬ ਤੋਂ ਹੀ ਮਹਾਰਾਜ ਜੀ ਨੇ ਸੰਗਤ ਜੀ ਧਰਮ ਦੀਆਂ ਜੰਗਾਂ ਵੀ ਲੜੀਆਂ। ਪਹਿਲੀ ਭੰਗਾਣੀ ਦੀ ਜੰਗ ਹੋਈ, ਨਦੌਣ ਦੀ ਜੰਗ ਹੋਈ, ਅਨੰਦਪੁਰ ਸਾਹਿਬ ਜੀ ਦੀਆਂ ਬੜੀਆਂ ਜੰਗਾਂ ਹੋਈਆਂ। ਚਮਕੌਰ ਸਾਹਿਬ ਦੀ ਇੱਕ ਜੰਗ ਪਹਿਲਾਂ ਹੋਈ। ਇੱਦਾਂ ਸਤਿਗੁਰੂ ਜੀ ਦੀਆਂ ਬੜੀਆਂ ਜੰਗਾਂ ਵੀ ਹੋਈਆਂ। ਸਭ ਜੰਗਾਂ ਦੇ ਵਿੱਚ, ਯੁੱਧਾਂ ਦੇ ਵਿੱਚ ਮਹਾਰਾਜ ਜੀ ਦੀ ਫਤਿਹ ਹੋਈ। ਸਮਾਂ ਪਾ ਕੇ ਸਤਿਗੁਰੂ ਜੀ ਨੇ ਸੰਗਤ ਜੀ ਫਿਰ 1756 ਬਿਕਰਮੀ 1699 ਈਸਵੀ ਵਿਸਾਖੀ 'ਤੇ ਸਭ ਪੰਥ ਦੀ ਇਕੱਤਰਤਾ ਕਰਕੇ ਅਤੇ 5 ਸਿੱਖਾਂ ਦੇ ਸਿਰਾਂ ਦੀ ਮੰਗ ਕੀਤੀ ਔਰ ਕਿਹਾ ਜੀ ਅਸੀਂ ਹੁਣ ਪਰਮੇਸ਼ਰ ਦੇ ਹੁਕਮ ਅਨੁਸਾਰ ਪੰਥ ਦੀ ਸਾਜਨਾ ਕਰਨੀ ਹੈ। ਉਹਦੇ ਵਾਸਤੇ ਸਾਨੂੰ 5 ਸਿੱਖਾਂ ਦੇ ਸੀਸ ਚਾਹੀਦੇ ਹੈ। ਇਹ ਕਹਿਣ ਤੋਂ ਭਾਵ ਇਹ ਸੀ ਵੀ ਜਿਹੜਾ ਸਿੱਖ ਹੈ ਨਾ, ਇਹ ਗੁਰੂ ਨੂੰ ਆਪਾ ਸਮਰਪਣ ਕਰ ਦੇਵੇ। ਜਿੰਨਾ ਚਿਰ ਆਪਾ ਸਮਰਪਣ ਨਹੀਂ ਹੁੰਦਾ ਉਹਨਾਂ ਚਿਰ ਸਿੱਖ ਕਿਵੇਂ ਬਣੇਗਾ। ਆਪਣਾ ਆਪ ਤਿਆਗਣਾ ਪੈਂਦਾ ਹੈ। ਜੇ ਇੱਕ ਬੀਜ ਨੇ ਰੁੱਖ ਬਣਨਾ ਹੈ, ਕਿਸੇ ਦੀ ਖੁਰਾਕ ਬਣਨਾ ਹੈ, ਤਾਂ ਉਸ ਬੀਜ ਨੂੰ ਆਪਣਾ ਆਪ ਤਿਆਗਣਾ ਪੈਂਦਾ ਹੈ। ਜਿਵੇਂ ਆਪਾਂ ਕਹਿ ਲਓ ਹੁਣ ਕਣਕਾਂ ਬੀਜਣੀਆਂ ਨੇ ਨਾ, ਦਾਣੇ ਖਿਲਾਰਨੇ ਨਾ ਪੈਲੀ 'ਚ, ਅਤੇ ਉਹ ਦਾਣਾ ਜਿਹੜਾ ਜੇ ਤਾਂ ਬਾਹਰ ਰਹਿ ਗਿਆ ਉਹ ਤਾਂ ਪੰਛੀਆਂ ਨੇ ਚੁੱਗ ਜਾਣਾ। ਜਿਹੜਾ ਦਾਣਾ ਵਿੱਚ ਜ਼ਮੀਨ ਦੇ ਚਲਿਆ ਜਾਵੇਗਾ ਉਹ ਬਾਹਰੋਂ ਉਹਨੇ ਆਪਣੇ ਆਪ ਨੂੰ ਮੇਟ ਲਿਆ, ਮੇਟ ਕੇ ਦੇ ਅੰਦਰ ਵੀ ਫਿਰ ਉਹਨੇ ਆਪਣੇ ਆਪ ਨੂੰ ਖਤਮ ਕਰਨਾ ਹੈ, ਤਾਂ ਉਹਦੇ ਵਿੱਚੋਂ ਸੰਗਤ ਜੀ ਕਹਿ ਲਓ ਅੰਕੁਰ ਨਿਕਲੇਗਾ, ਬੂਟਾ ਬਣੇਗਾ। ਫਿਰ ਉਹ ਜੇ ਦਾਣਾ ਆਪਣੇ ਆਪ ਨੂੰ ਆਖੇ ਮੈਂ ਖਤਮ ਨਹੀਂ ਕਰਨਾ ਤਾਂ ਉਹ ਬੂਟਾ ਨਹੀਂ ਬਣ ਸਕਦਾ ਹੈ, ਨਾ ਉਹਦੇ ਵਿੱਚ ਵਾਧਾ ਹੋਵੇਗਾ। ਜੇ ਦਾਣੇ ਨੇ ਆਪਣੇ ਆਪ ਤੋਂ ਅੱਗੇ ਵੀ ਵਧਣਾ ਹੈ ਤਾਂ ਵੀ ਉਹਨੂੰ ਆਪਣਾ ਆਪ ਤਿਆਗਣਾ ਪੈਂਦਾ। ਤੋ ਇੱਦਾਂ ਇਹ ਸੀਸ ਲੈਣ ਤੋਂ ਭਾਵ ਸੀ ਮਹਾਰਾਜ ਜੀ ਦਾ ਕਿ ਸਿੱਖ ਆਪਣਾ ਆਪ ਗੁਰੂ ਨੂੰ ਸਮਰਪਣ ਕਰਕੇ ਰਵੇ। ਤੋ ਸਿੱਖਾਂ ਨੇ ਸੰਗਤ ਜੀ 5 ਨੇ ਉੱਠ ਕਰਕੇ ਵਾਰੋ ਵਾਰ ਆਪਣੇ ਸੀਸ ਮਹਾਰਾਜ ਨੂੰ ਭੇਟਾ ਕੀਤੇ। 5 ਨੂੰ ਮਹਾਰਾਜ ਨੇ ਫਿਰ ਆਪਣੀ ਸਮਰੱਥਾ ਨਾਲ, ਸੱਤਾ ਦੇ ਨਾਲ ਚੇਤਨਤਾ ਬਖਸ਼ੀ। ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ। 5 ਬਾਣੀਆਂ ਪੜ੍ਹ ਕੇ ਉਹਨਾਂ 5 ਨੂੰ ਸੋਹਣੇ 5 ਕਕਾਰ ਜਿਹੜੇ ਸੀ ਪਹਿਨਾਏ। ਕੇਸ ਤਾਂ ਪਹਿਲਾਂ ਹੀ ਸਨ ਅਤੇ ਕਛਹਿਰੇ ਵੀ ਸਿੱਖ ਪਹਿਲਾਂ ਪਹਿਨਦੇ ਹੀ ਸਨ ਤਕਰੀਬਨ, ਅਤੇ ਸ਼ਸਤਰ ਵੀ ਫੜੇ ਹੀ ਹੋਏ ਸਨ, ਪਰ ਇਹ ਮਹਾਰਾਜ ਨੇ ਹੁਣ ਲਾਜ਼ਮੀ ਕਰ ਦਿੱਤਾ ਸੀ। ਕੜਾ ਅਤੇ ਕੰਘਾ ਵੀ ਕੇਸਾਂ 'ਚ ਪਹਿਲਾਂ ਸਾਰੇ ਫੇਰਦੇ ਹੀ ਪਾਈ। ਕਕਾਰ ਤਾਂ ਪਹਿਲਾਂ ਸੀ ਪਰ ਹੁਣ ਮਹਾਰਾਜ ਨੇ ਫਿਰ ਲਾਜ਼ਮੀ ਕਰ ਦਿੱਤੇ ਵੀ ਇਹ ਤੁਹਾਡੇ ਲਈ ਜ਼ਰੂਰੀ ਹੋ ਗਏ। ਹੁਣ ਇਹਨਾਂ ਦੀ ਅਣਗਹਿਲੀ ਨਹੀਂ ਚੱਲੇਗੀ, ਹੁਣ ਇਹਨਾਂ ਨੂੰ ਤੁਸੀਂ ਐਂ ਪ੍ਰਪੱਕ ਕਰਕੇ ਰੱਖਣਾ ਹੈ। ਤੋ ਇੱਦਾਂ ਸੰਗਤ ਜੀ ਖਾਲਸੇ ਪੰਥ ਦੀ ਸਥਾਪਨਾ ਹੋਈ। ਪਹਿਲੇ ਦਿਨ ਹੀ ਮਹਾਰਾਜ ਜੀ ਨੇ ਜਦੋਂ 5 ਨੂੰ ਅੰਮ੍ਰਿਤ ਛਕਾਇਆ ਹੈ ਤਾਂ ਕਿਤੇ ਜ਼ਿਕਰ ਮਿਲਦਾ 20,000 ਦਾ, ਕਿਤੇ 80,000 ਦਾ ਵੀ ਜ਼ਿਕਰ ਮਿਲਦਾ ਕਿ ਇੰਨੀ ਸੰਗਤ ਨੇ ਉਸੇ ਸਮੇਂ ਹੀ ਖੰਡੇ ਦੀ ਪੌਲ ਛਕੀ। ਮਹਾਰਾਜ ਜੀ ਦੇ ਸਾਰੇ ਪਰਿਵਾਰ ਨੇ ਆਪ ਅੰਮ੍ਰਿਤ ਛਕਿਆ ਹੈ। ਤੋ ਇੱਦਾਂ ਗੁਰੂ ਸਾਹਿਬ ਨੇ ਆਪ ਵੀ ਅੰਮ੍ਰਿਤ ਛਕਿਆ। ਸਾਰਾ ਪਰਿਵਾਰ ਅੰਮ੍ਰਿਤਧਾਰੀ ਮਹਾਰਾਜ ਜੀ ਦਾ ਆਪਣਾ ਵੀ ਹੋਇਆ, ਫਿਰ ਸਾਰੇ ਸਿੱਖ ਵੀ ਭਾਈ ਅੰਮ੍ਰਿਤਧਾਰੀ ਹੋਏ। ਤੋ ਇੱਦਾਂ ਇਹ ਅਨੰਦਪੁਰ ਸਾਹਿਬ ਵਿੱਚ ਮਹਾਰਾਜ ਜੀ ਰਹੇ। ਉੱਥੇ ਹੀ ਅਨੰਦਪੁਰ ਸਾਹਿਬ ਵਿੱਚ ਸਤਿਗੁਰੂ ਜੀ ਨੇ ਹੋਰ ਵੀ ਅਨੇਕਾਂ ਚੋਜ ਕੌਤਕ ਕੀਤੇ। ਸਮਾਂ ਹੋਇਆ ਤਾਂ ਸਾਧ ਸੰਗਤ ਜੀ ਜਿਹੜੇ ਪਹਾੜੀ ਰਾਜੇ ਸੀ ਮਹਾਰਾਜ ਦੇ ਵਿਰੋਧ ਵਿੱਚ ਹੋ ਗਏ। ਮੁਗਲ ਜਿਹੜੀ ਸਰਕਾਰ ਸੀ ਉਸ ਸਮੇਂ ਉਹ ਵੀ ਗੁਰੂ ਸਾਹਿਬ ਦੇ ਵਿਰੋਧ ਵਿੱਚ ਹੋ ਗਈ। ਸਾਰੇ ਜਿੰਨੇ ਵੀ ਰਾਜਨੀਤਿਕ ਪੱਖ ਸੀ ਉਸ ਸਮੇਂ ਸਾਰੇ ਗੁਰੂ ਸਾਹਿਬ ਦੇ ਵਿਰੋਧ ਵਿੱਚ ਖਲੋ ਗਏ ਸੀ, ਅਤੇ 10 ਲੱਖ ਫੌਜ ਜਿਹੜੀ ਇਕੱਠੀ ਕਰਕੇ ਪਹਾੜੀ ਰਾਜੇ ਲੈ ਕੇ ਆਏ। ਅਨੰਦਪੁਰ ਸਾਹਿਬ ਨੂੰ ਘੇਰਾ ਪੈ ਗਿਆ। ਕਈ ਮਹੀਨੇ ਸੰਗਤ ਜੀ ਘੇਰਾ ਪਿਆ ਰਿਹਾ। ਉਹ ਘੇਰੇ ਨੂੰ ਫਿਰ ਜਿਵੇਂ ਝੂਠੀਆਂ ਉਹਨਾਂ ਕਸਮਾਂ ਖਾਧੀਆਂ, ਸਿੱਖਾਂ ਦੀ ਵਾਰ-ਵਾਰ ਬੇਨਤੀ ਕਰਨ ਤੋਂ ਮਹਾਰਾਜ ਨੇ ਕਿਲ੍ਹਾ ਛੱਡਿਆ। ਕਿਲ੍ਹਾ ਛੱਡਣ ਤੋਂ ਬਾਅਦ ਕੀਰਤਪੁਰ ਸਾਹਿਬ ਟੱਪੇ ਸਨ। ਸਰਸਾ ਨਦੀ ਦੇ ਕਿਨਾਰੇ ਆਏ। ਪਰਿਵਾਰ ਦਾ ਵਿਛੋੜਾ ਪੈ ਜਾਂਦਾ ਹੈ। ਉਹਨਾਂ ਪਿੱਛੋਂ ਹਮਲਾ ਕੀਤਾ। ਬਹੁਤ ਸਾਰੇ ਸਿੱਖ ਇੱਥੇ ਸ਼ਹੀਦੀਆਂ ਪਾ ਗਏ। ਚਲਦਿਆਂ ਚਲਦਿਆਂ ਮਹਾਰਾਜ ਜੀ ਸੰਗਤ ਜੀ ਰਸਤੇ ਵਿੱਚ ਰੋਪੜ ਭੱਠਾ ਸਾਹਿਬ ਥਾਣੀ ਹੁੰਦੇ ਹੁੰਦੇ ਚਮਕੌਰ ਦੀ ਗੜੀ 'ਚ ਪਹੁੰਚੇ। 40 ਕੁ ਸਿੱਖ ਮਹਾਰਾਜ ਦੇ ਨਾਲ ਬੜਾ ਮਹਾਨ ਇੱਥੇ ਯੁੱਧ ਹੋਇਆ। ਦੁਨੀਆ ਦਾ ਇਕਲੌਤਾ ਯੁੱਧ ਜਿਹਦੇ ਬਰਾਬਰ ਸੰਗਤ ਜੀ ਕੋਈ ਹੋਰ ਦੁਨੀਆ ਦਾ ਜੰਗ ਹੋਇਆ ਹੀ ਨਹੀਂ। ਚਾਹੇ ਦੁਨੀਆ 'ਚ ਬੜੇ ਮਹਾਨ ਜੰਗ ਹੋਏ ਹੈ, ਮਹਾਂਭਾਰਤ ਦਾ ਯੁੱਧ ਇਹ ਭਾਰਤ ਵਿੱਚ ਸਭ ਤੋਂ ਵੱਡਾ ਯੁੱਧ ਮੰਨਿਆ ਜਾਂਦਾ ਹੈ, ਪਰ ਚਮਕੌਰ ਦੀ ਗੜੀ ਦੇ ਯੁੱਧ ਨੇ ਉਹ ਯੁੱਧ ਵੀ ਥੱਲੇ ਹੀ ਸੰਗਤ ਜੀ ਸੁੱਟ ਦਿੱਤਾ ਕਹਿ ਲਓ। ਚਮਕੌਰ ਦੀ ਗੜੀ ਦੇ ਸਾਹਮਣੇ ਮਹਾਂਭਾਰਤ ਦਾ ਯੁੱਧ ਵੀ ਫਿੱਕਾ ਪੈ ਜਾਂਦਾ ਹੈ,
क्योंकि एक पासे तो हैं 40 गिणती दे, वो भी भुखण भाणे, बेदोशे, कोई किसी का दोष नहीं। तो इन्हां दी कस्मां ते विश्वास करके ते तुरे हुए ने। वो अपनियां कस्मां तोड़ के बिना कारण कह लो कि ਲੱਖਾਂ ਦੀ ਗਿਣਤੀ ਵਿੱਚ 10 ਲੱਖ ਦਾ ਜ਼ਿਕਰ ਮਹਾਰਾਜ ਜੀ ਕਰਦੇ ਆ ਕਿ ਔਰੰਗਜ਼ੇਬ ਉੱਧਰੋਂ ਤਰੋ ਤਾਜੀ ਫੌਜ ਭੇਜਦਾ, ਔਰ ਜਿਹੜੀ ਪਹਿਲਾਂ ਆਨੰਦਪੁਰ ਸਾਹਿਬ ਘੇਰਾ ਪਾ ਕੇ ਬੈਠੀ ਉਹਦੀ ਵੀ ਗਿਣਤੀ ਇਤਿਹਾਸ ਵਿੱਚ 10 ਲੱਖ ਹੀ ਆਈ ਹੈ। ਚਲੋ ਕਹਿ ਲਓ ਲੱਖ ਦੇ ਨੇੜੇ ਤੇੜੇ ਮਾਰੀ ਵੀ ਗਈ ਹੋਵੇਗੀ ਤਾਂ ਕਹਿ ਲਓ ਫਿਰ ਵੀ 19 ਲੱਖ ਤਾਂ ਫੌਜ ਬਣਦੀ ਹੋਈ ਹੈ ਨਾ। ਇੰਨੀ ਫੌਜ ਉਸ ਸਮੇਂ ਸਾਰੇ ਹਿੰਦੁਸਤਾਨ ਦੀ ਫੌਜ ਇਕੱਠੀ ਕਰਕੇ ਤੇ ਇੱਥੇ ਲਿਆ ਕੇ ਚਮਕੌਰ ਦੀ ਗੜੀ ਨੂੰ ਘੇਰਾ ਪਾਇਆ ਸੀ, ਔਰ ਮਹਾਨ ਜੰਗ ਸਤਿਗੁਰੂ ਜੀ ਨੇ ਉਹ ਜਿੱਤੀ, ਫਤਿਹ ਕੀਤੀ, ਜਿਸ ਜੰਗ ਵਿੱਚ ਸਾਰੇ ਸਿੰਘ ਵੀ ਸ਼ਹੀਦੀ ਪਾ ਗਏ। ਤੇ ਮਹਾਰਾਜ ਜੀ ਦੇ ਲਖਤੇ ਜਿਗਰ ਬਾਬਾ ਅਜੀਤ ਸਿੰਘ ਸਾਹਿਬ, ਬਾਬਾ ਜੁਝਾਰ ਸਿੰਘ ਸਾਹਿਬ, ਇਹਨਾਂ ਨੂੰ ਆਪਣੇ ਹੱਥੀਂ ਮਹਾਰਾਜ ਜੀ ਨੇ ਤੋਰਿਆ, ਔਰ ਦੁਨੀਆ ਦੇ ਵਿੱਚ ਇਹ ਮਿਸਾਲ ਕਾਇਮ ਕਰ ਦਿੱਤੀ ਹੈ ਕਿ ਗੁਰੂ ਜਿੱਡਾ ਵੱਡਾ ਤਿਆਗੀ ਵੀ ਕੋਈ ਨਹੀਂ ਹੈ, ਗੁਰੂ ਜਿੱਡਾ ਵੱਡਾ ਦਾਨੀ ਵੀ ਕੋਈ ਨਹੀਂ ਹੈ। ਦੁਨੀਆ ਦੇ ਵਿੱਚ ਬੜੇ ਵੱਡੇ ਦਾਨੀ ਹੋਏ ਨੇ, ਕਰਨ ਦਾ ਨਾਮ ਬੜਾ ਮਹਾਨ ਆਉਂਦਾ ਹੈ, ਦਾਨ ਵੀਰ ਕਰਨ ਉਹਨੂੰ ਕਿਹਾ ਜਾਂਦਾ ਹੈ। ਹਰੀਸ਼ ਚੰਦਰ ਵਰਗੇ ਬੜੇ ਮਹਾਨ ਦਾਨੀ ਹੋਏ ਨੇ, ਪਰ ਇਹਨਾਂ ਨੇ ਸਭਨਾਂ ਨੇ ਦਾਨ ਕੀਤਾ ਕਿਸ ਚੀਜ਼ ਦਾ? ਪੈਸੇ ਦਾ, ਧੇਲੇ ਦਾ। ਪਰੰਤੂ ਇੱਕੋ ਹੀ ਇੱਕ ਦੁਨੀਆ ਦੇ ਵਿੱਚ ਐਸਾ ਰਹਿਬਰ ਹੋਇਆ ਭਾਈ ਜਿਹਨੇ ਆਪਣੇ ਪੁੱਤਰ ਵੀ ਆਪਣੀ ਕੌਮ ਦੇ ਉੱਤੋਂ ਦਾਨ ਕਰ ਦਿੱਤੇ ਨੇ, ਜਿਨ੍ਹਾਂ ਨੂੰ ਪੁੱਤਰਾਂ ਦਾ ਦਾਨੀ, ਸਵੰਸ ਦਾਨੀ ਵੀ ਕਿਹਾ ਜਾਂਦਾ ਹੈ। ਇਹ ਮਹਾਨ ਪਿਰਤ ਗੁਰੂ ਸਾਹਿਬ ਮਹਾਰਾਜ ਜੀ ਨੇ ਸੰਗਤ ਜੀ ਇੱਥੇ ਪਾਈ। ਇਹ ਦਿਖਾਇਆ ਦੁਨੀਆ ਨੂੰ ਕਿ ਮੈਂ ਇਕੱਲਾ ਆਪਣੇ ਸਿੱਖਾਂ ਦੇ ਸੀਸ ਨਹੀਂ ਲੈਂਦਾ, ਸੀਸ ਲੈ ਕੇ ਇਕੱਲੇ ਵੀ ਉਹਨਾਂ ਦਾ ਮੈਨੂੰ ਚਾਅ ਹੈ, ਲੋੜ ਪਈ ਹੈ ਪੰਥ ਨੂੰ ਤਾਂ ਮੈਂ ਆਪਣੇ ਪੁੱਤਰਾਂ ਦੇ ਸੀਸ ਵੀ ਪੰਥ ਤੋਂ ਕੁਰਬਾਨ ਕਰਨ ਲਈ ਹਰ ਸਮੇਂ ਤਿਆਰ ਹਾਂ। ਉੱਥੋਂ ਮਹਾਰਾਜ ਜੀ ਸੰਗਤ ਜੀ ਕਹਿ ਲਓ ਖਾਲਸੇ ਦੀ ਬੇਨਤੀ ਮੰਨਦਿਆਂ ਹੋਇਆਂ, ਤਿੰਨਾਂ ਸਿੰਘਾਂ ਨੂੰ ਨਾਲ ਲੈ ਕੇ ਤਾੜੀ ਮਾਰਦਿਆਂ ਹੋਇਆਂ, ਐ ਰੋਬ ਦੇ ਨਾਲ ਲਲਕਾਰ ਕੇ ਦੇ ਜੰਗ ਕਰਦਿਆਂ ਹੋਇਆਂ ਮਹਾਰਾਜ ਜੀ ਨਿਕਲੇ। ਮਾਛੀਵਾੜੇ ਨੂੰ ਭਾਗ ਲਾਏ, ਇੱਧਰੋਂ ਕਹਿ ਲਓ ਲੁਧਿਆਣੇ ਥਾਣੀ ਹੁੰਦੇ ਮਹਾਰਾਜ ਜੀ ਆਲਮਗੀਰ ਤੋਂ ਰਾਏਕੋਟ, ਇੱਥੋਂ ਦੀਨੇ ਕਾਂਗੜ ਆਦਿ ਇੱਧਰ ਦੀ ਹੁੰਦਿਆਂ ਸਤਿਗੁਰੂ ਮਹਾਰਾਜ ਜੀ ਮੁਕਤਸਰ ਸਾਹਿਬ, ਜਿਹਨੂੰ ਆਪਾਂ ਕਹਿੰਦੇ ਖਦਰਾਣੇ ਦੀ ਢਾਬ, ਇੱਥੇ ਮਹਾਨ ਜੰਗ ਕੀਤੀ। ਜਿੰਨੇ ਕਾਂਗੜ ਜ਼ਫਰਨਾਮਾ, ਫਤਿਹ ਦੀ ਚਿੱਠੀ ਔਰੰਗਜ਼ੇਬ ਨੂੰ ਮਹਾਰਾਜ ਜੀ ਭੇਜਦੇ ਹੈ। ਫਿਰ ਇਸੇ ਤਰੀਕੇ ਨਾਲ ਚਲਦਿਆਂ ਮਹਾਰਾਜ ਮਾਲਵੇ ਨੂੰ ਭਾਗ ਲਾਉਂਦਿਆਂ ਕਹਿ ਲਓ ਕਿ ਦਮਦਮਾ ਸਾਹਿਬ ਪਹੁੰਚਦੇ ਆ। ਇੱਥੇ ਜਾ ਕੇ ਮਹਾਰਾਜ ਨੇ ਕਮਰ ਕੱਸਾ ਖੋਲ੍ਹਿਆ, ਸਿੱਖਾਂ ਨੂੰ ਕਹਿ ਲਓ ਗੁਰਮੁਖੀ ਜਿਹੜੀ ਵਿੱਦਿਆ, ਗੁਰਬਾਣੀ ਦੀ ਸੰਥਿਆ ਕਰਾਈ, ਗੁਰਬਾਣੀ ਦੇ ਮਹਾਰਾਜ ਜੀ ਦੇ ਸਰੂਪ ਲਿਖਵਾਏ। ਅਤੇ ਇੱਥੇ ਮਹਾਰਾਜ ਜੀ ਨੇ ਸਰੂਪ ਲਿਖਵਾ ਕਰਕੇ ਅਖੰਡ ਪਾਠ ਸਾਹਿਬ ਕੀਤੇ। ਇੱਥੋਂ ਫਿਰ ਚਾਲੇ ਮਾਰੇ ਨੇ ਮਹਾਰਾਜ ਨੇ ਦੱਖਣ ਦੀ ਤਰਫ ਨੂੰ। ਇੱਥੇ ਹੀ ਮਾਤਾਵਾਂ ਆ ਕੇ ਮਿਲੀਆਂ ਸਨ, ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ। ਪੁੱਛਿਆ ਮਾਤਾਵਾਂ ਨੇ, ਮਹਾਰਾਜ ਸਾਹਿਬਜ਼ਾਦੇ ਨਜ਼ਰ ਨਹੀਂ ਆਉਂਦੇ, ਕਿੱਥੇ ਆ? ਤਾਂ ਮਹਾਰਾਜ ਨੇ ਕਿਹਾ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਇਹ ਕੌਤਕ ਕਰਕੇ ਮਹਾਰਾਜ ਕਹਿੰਦੇ ਆਈ ਤੁਹਾਡੀ ਝੋਲੀ ਵਿੱਚ ਅੱਜ ਮੈਂ ਪੁੱਤ ਪਾ ਦਿੱਤੇ ਆ, ਔਰ ਇਹ ਇਹੋ ਜਿਹਾ ਪੁੱਤਰ ਹੈ ਜਿਹਦਾ ਕਦੀ ਨਹੀਂ ਮਰੇਗਾ, ਇਹ ਸਦਾ ਹੀ ਜਿਉਂਦਾ ਰਹੇਗਾ, ਖਾਲਸਾ ਪੁੱਤਰ ਜਿਹੜਾ ਹੈ। ਇੱਦਾਂ ਮਹਾਰਾਜ ਜੀ ਦੇ ਸੰਗਤ ਜੀ ਚੋਜੀ ਪ੍ਰੀਤਮ ਦੇ ਕੌਤਕ ਹੋਏ। ਮਾਲਵੇ ਨੂੰ ਅਨੇਕਾਂ ਵਰ ਦੇ ਕਰਕੇ ਸਤਿਗੁਰੂ ਮਹਾਰਾਜ ਜੀ ਫਿਰ ਦਿੱਲੀ ਨੂੰ ਆਏ। ਇੱਥੇ ਬਾਦਸ਼ਾਹ ਬਹਾਦਰ ਸ਼ਾਹ ਜਿਹੜਾ ਸੀ, ਇਹਦੀ ਤਾਜਪੋਸ਼ੀ ਕੀਤੀ ਹੈ। ਇੱਥੋਂ ਆਗਰੇ, ਇੱਥੋਂ ਹੁੰਦਿਆਂ ਮਹਾਰਾਜ ਜੀ ਫਿਰ ਦੱਖਣ ਦੀ ਧਰਤੀ ਨੂੰ ਰਵਾਨਾ ਹੋਏ। ਦੱਖਣ ਵਾਲੇ ਪਾਸੇ ਬੁਰਹਾਨਪੁਰ ਨੂੰ ਭਾਗ ਲਾਉਂਦਿਆਂ ਨੰਦੇੜ ਦੀ ਧਰਤੀ 'ਤੇ ਪਹੁੰਚਦੇ ਹੈ। ਇੱਥੇ ਜਾ ਕੇ ਸਤਿਗੁਰੂ ਮਹਾਰਾਜ ਜੀ ਨੇ ਆਪਣਾ ਡੇਰਾ ਲਾਇਆ, ਔਰ ਇੱਥੇ ਹੀ ਆਪਣਾ ਜਿਹੜਾ ਪੁਰਾਣੇ ਯੁੱਗਾਂ ਦਾ ਤਪ ਸਥਾਨ ਸੀ ਉਹ ਮਹਾਰਾਜ ਜੀ ਨੇ ਪ੍ਰਗਟ ਕੀਤਾ, ਔਰ ਉੱਥੇ ਆਪਣੇ ਚਿੰਨ੍ਹ ਦਿਖਾ ਕਰਕੇ ਅਤੇ ਉਹ ਜਿਹੜੀ ਜ਼ਮੀਨ ਸੀ ਮਹਾਰਾਜ ਨੇ ਆਪ ਲਈ। ਇੱਥੇ ਸਤਿਗੁਰੂ ਮਹਾਰਾਜ ਨੇ ਬੜੇ ਭਾਈ ਕੌਤਕ ਕੀਤੇ ਹਨ। ਨੰਦੇੜ ਦੀ ਧਰਤੀ 'ਤੇ ਗੋਦਾਵਰੀ ਨਦੀ ਵਗਦੀ ਸੀ। ਅੱਜ ਵੀ ਚਲੋ ਆਪਾਂ ਜਾ ਕੇ ਦੇਖਦੇ, ਹੁਣ ਤਾਂ ਬੜੀਆਂ ਤਬਦੀਲੀਆਂ ਹੋ ਗਈਆਂ, ਅਤੇ ਉਹਨਾਂ ਸਮਿਆਂ ਦੇ ਵਿੱਚ ਤਾਂ ਭਾਈ ਇਹ ਇਲਾਕਾ ਬੜਾ ਹੀ ਕਹਿ ਲਓ ਕਿ ਸ਼ਾਂਤ ਸੀ। ਹੁਣ ਤਾਂ ਆਵਾਜਾਈ ਬਹੁਤ ਹੀ ਹੋ ਗਈ, ਹੁਣ ਤਾਂ ਸਭ ਥਾਵਾਂ 'ਤੇ ਇਹੀ ਕੁਝ ਹੋ ਗਿਆ, ਪਰ ਉਸ ਸਮੇਂ ਬੜੀ ਇਕਾਂਤ ਸੀ ਇਹ। ਇੱਥੇ ਬੜੇ ਰਿਸ਼ੀ ਮੁਨੀ ਰਿਹਾ ਕਰਦੇ ਸੀ। ਸਾਖੀ ਵਿੱਚ ਲਿਖਿਆ ਕਿ ਨਦੀ ਦੁੱਧ ਦੀ ਵਗਿਆ ਕਰਦੀ ਸੀ ਪੁਰਾਣੇ ਯੁੱਗਾਂ ਵਿੱਚ। ਇਹ ਨਦੀ ਦੇ ਕਿਨਾਰੇ ਬੜੇ ਮਹਾਤਮਾ ਆਦਿਕ ਹੋਏ ਨੇ। ਉਹ ਰਾਮ ਚੰਦਰ ਜੀ ਜਿਹੜੇ ਨੇ ਨਾ, ਜਦੋਂ ਉੱਥੇ ਗਏ ਨੇ
ਉਹਨਾਂ ਦਾ ਵੀ ਅਸਥਾਨ ਜਿਹੜਾ ਸੀ ਨਾ, ਜਿੱਥੇ ਸੀਤਾ ਜੀ ਨਾਲ ਰਹੇ, ਜਿੱਥੋਂ ਰਾਵਣ ਲੈ ਕੇ ਗਿਆ ਸੀ ਚੁੱਕ ਕੇ, ਉਹ ਵੀ ਕਹਿੰਦੇ ਇਸੇ ਨਦੀ ਦੇ ਕਿਨਾਰੇ ਹੀ ਉਹ ਸਥਾਨ ਪੈਂਦਾ ਹੈ। ਇੱਦਾਂ ਹੋਰ ਵੀ ਬੜੇ ਰਿਸ਼ੀ ਮੁਨੀ ਤਪੱਸਿਆ ਕਰਦੇ ਸੀ। ਮਹਾਰਾਜ ਜੀ ਦਾ ਪੁਰਾਣੇ ਯੁੱਗਾਂ ਦਾ ਵੀ ਤਪ ਸਥਾਨ ਇਹਦੇ ਕਿਨਾਰੇ ਹੀ ਸੀ। ਤੋ ਇੱਦਾਂ ਸਤਿਗੁਰੂ ਜੀ ਉੱਥੇ ਰਹੇ। ਇੱਥੇ ਸਤਿਗੁਰੂ ਜੀ ਨੇ ਸਿੱਖਾਂ ਨੂੰ, ਸਾਧ ਸੰਗਤ ਜੀ ਕਹਿ ਲਓ, ਦਸਮ ਗ੍ਰੰਥ ਮਹਾਰਾਜ ਜੀ ਦੀ ਸੰਥਿਆ ਕਰਾਈ, ਉਹਦੀ ਕਥਾ ਸੁਣਾਈ, ਔਰ ਨਾਲ ਸਰਬਲੋ ਪ੍ਰਕਾਸ਼ ਦੀ ਰਚਨਾ ਕੀਤੀ ਹੈ। ਸਿੱਖਾਂ ਵਿੱਚ ਦ੍ਰਿੜਤਾ, ਗੁਣ, ਪ੍ਰੇਮ ਆਦਿਕ ਜਿਹੜਾ ਸੀ ਇਹ ਭਰਿਆ। ਖਾਲਸੇ ਦੇ ਨਿਯਮ ਬੰਨੇ ਹਨ ਉੱਥੇ। ਇੱਦਾਂ ਹਰ ਤਰ੍ਹਾਂ ਕਰਕੇ ਕਹਿ ਲਓ ਕੌਮ ਦੀ ਮਹਾਰਾਜ ਨੇ ਪੂਰੀ ਮੁਰੰਮਤ ਕਰ ਦਿੱਤੀ। ਜਿਵੇਂ ਮਕਾਨ ਬਣਦਾ ਇਹਨਾਂ ਕੋਈ ਘਰ ਬਣਾਉਂਦਾ, ਸਭ ਤਰ੍ਹਾਂ ਕਰਕੇ ਉਹਦੀ ਮੁਰੰਮਤ ਕਰਦੇ ਆ, ਫਿਰ ਉਹ ਤਿਆਰ ਹੁੰਦਾ। ਤੋ ਕਹਿ ਲਓ ਕਿ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਨਨਕਾਣਾ ਸਾਹਿਬ ਤੋਂ ਸਿੱਖ ਕੌਮ ਦਾ ਨੀਂਹ ਪੱਥਰ ਰੱਖਿਆ, ਅਤੇ ਨੰਦੇੜ ਦੀ ਧਰਤੀ 'ਤੇ ਗੁਰੂ ਮਹਾਰਾਜ ਨੇ ਉਹਦੀ ਪੂਰੀ ਮੁਰੰਮਤ ਕਰਕੇ ਪੂਰਾ ਇਹ ਮਹੱਲ ਸਿੱਖੀ ਦਾ ਤਿਆਰ ਕਰ ਦਿੱਤਾ ਸੀ। ਤੋ ਉੱਥੇ ਹੀ ਸਾਧ ਸੰਗਤ ਜੀ ਰੌਣਕਾਂ ਲੱਗੀਆਂ, ਬੇਅੰਤ ਸੰਗਤਾਂ ਦਰਸ਼ਨਾਂ ਨੂੰ ਆਉਂਦੀਆਂ, ਅਤੇ ਇੱਥੇ ਹੁਣ ਸਤਿਗੁਰੂ ਮਹਾਰਾਜ ਜੀ ਨੇ ਫਿਰ ਭਾਣਾ ਵਰਤਾਇਆ। ਕੀ ਹੋਇਆ ਕਿ ਜਿਹੜਾ ਵਜ਼ੀਰ ਖਾਨ ਸੀ ਨਾ, ਜਦੋਂ ਬਹਾਦਰ ਸ਼ਾਹ ਉੱਥੇ ਮਹਾਰਾਜ ਜੀ ਦੇ ਕੋਲੇ ਆਉਣ ਲੱਗਾ, ਵਜ਼ੀਰ ਖਾਨ ਨੂੰ ਪਤਾ ਚੱਲ ਗਿਆ ਕਿ ਬਾਦਸ਼ਾਹ ਗੁਰੂ ਸਾਹਿਬ ਦਾ ਸ਼ਰਧਾਲੂ ਬਣ ਗਿਆ ਹੈ, ਔਰ ਉਹਨੇ ਬਾਦਸ਼ਾਹ ਨੇ ਇਹ ਵੀ ਹੁਕਮ ਕਰ ਦਿੱਤਾ ਕਿ ਸਰਹੰਦ ਦਾ ਜਿਹੜਾ ਹੈਗੀ ਹੈ ਜਿੰਨੀ ਵੀ ਕਾਰਦਾਰ, ਉਹਦੇ ਵਿੱਚੋਂ 300 ਰੁਪਈਆ ਰੋਜ਼ਾਨਾ ਗੁਰੂ ਸਾਹਿਬ ਜੀ ਨੂੰ ਮਿਲੇ। ਮਹਾਰਾਜ ਦੇ ਲੰਗਰਾਂ ਵਿੱਚ, ਰਸਤਾਂ ਬਸਤਾਂ ਵਿੱਚੋਂ 300 ਰੁਪਈਆ ਸਰਹੰਦ ਦੇ ਵਿੱਚੋਂ ਇੱਥੇ ਆਇਆ ਕਰੇ। ਇਹ ਸੁਣ ਕੇ ਜਿਹੜਾ ਵਜ਼ੀਰ ਖਾਨ ਸੀ, ਅਤੇ ਇਹ ਕਹਿ ਲਓ ਆਪਣੇ ਮਨ ਦੇ ਵਿੱਚ ਬੜਾ ਘਬਰਾਇਆ ਵੀ ਕਿਤੇ ਹੋਵੇ ਨਾ ਵੀ ਜੇ ਬਾਦਸ਼ਾਹ ਵਾਪਸ ਮੁੜਿਆ ਉਹਦਾ ਨਿਸ਼ਾਨਾ ਮੈਂ ਹੀ ਹੋਵਾਂਗਾ, ਕਿਤੇ ਮੈਨੂੰ ਨਾ ਮਾਰ ਦੇਵੇ। ਇਹਦੋਂ ਪਹਿਲਾਂ ਕਿ ਗੁਰੂ ਮਹਾਰਾਜ ਜੀ ਦਾ ਆਪਾਂ ਕਿਸੇ ਨਾ ਕਿਸੇ ਤਰੀਕੇ ਨਾਲ ਨੁਕਸਾਨ ਕਰ ਦਈਏ। ਇਹਨੇ ਫਿਰ ਕਹਿ ਲਓ ਕਿ ਦੋ ਜਿਹੜੇ ਸੀ ਪਠਾਨ, ਅਤਾਉਲ ਖਾਨ, ਗੁੱਲ ਖਾਂ, ਇਹਨਾਂ ਨੂੰ ਭੇਜਿਆ ਸੀ। ਪਠਾਨ ਪਹੁੰਚੇ ਸਨ ਉੱਥੇ ਮਹਾਰਾਜ ਜੀ ਦੇ ਕੋਲੇ, ਪਹਿਲਾਂ ਤਾਂ ਦੀਵਾਨ ਵਿੱਚ ਆਏ, ਨਮਸਕਾਰ ਕੀਤੀ, ਬੜੀ ਸ਼ਰਧਾ ਭਾਵਨਾ ਦੇ ਨਾਲ ਦੀਵਾਨਾਂ ਵਿੱਚ ਆ ਕੇ ਬੈਠਿਆ ਕਰਦੇ, ਬਾਹਰੋਂ ਸ਼ਰਧਾ ਪ੍ਰਗਟ ਕਰਦੇ। ਚੋਜੀ ਪ੍ਰੀਤਮ ਮਹਾਰਾਜ ਜੀ ਦੇ ਆਪਣੇ ਸੁਦੇ ਸਿੱਧ ਸੰਗਤ ਜੀ ਕੌਤਕ। ਕੀ ਹੋਇਆ ਕਿ ਇੱਕ ਦਿਨ ਇਹ ਦੋਨੇ ਭਰਾ ਆਏ, ਇੱਕ ਬਾਹਰ ਖਲੋ ਗਿਆ, ਇੱਕ ਅੰਦਰ ਗਿਆ। ਸਿੰਘ ਸੀ ਮਹਾਰਾਜ ਜੀ ਦੇ ਲਾਗੇ ਇੱਕ ਸੇਵਾਦਾਰ, ਗੁਰੂ ਸਾਹਿਬ ਜੀ ਦੇ ਰੁਮਾਲ ਚੱਲ ਰਿਹਾ ਸੀ। ਰਹਿਰਾਸ ਸਾਹਿਬ ਜੀ ਦੇ ਪਾਠ ਦੀ ਸਮਾਪਤੀ ਹੋਈ ਸੀ। ਸਾਰੇ ਸਿੱਖ ਆਪੋ ਆਪਣੇ ਸਥਾਨਾਂ 'ਤੇ ਸੀ, ਕਿਉਂਕਿ ਸਭ ਦੇ ਮਨਾਂ ਵਿੱਚ ਇਹੀ ਸੀ ਕਿ ਹੁਣ ਤਾਂ ਇੱਥੇ ਕੋਈ ਕਿਸੇ ਤਰ੍ਹਾਂ ਕਰਕੇ ਜੰਗ ਯੁੱਧ ਨਹੀਂ ਹੋ ਸਕਦੀ ਹੈ, ਕਿਉਂਕਿ ਬਾਦਸ਼ਾਹ ਜਿਹੜਾ ਸੀ ਔਰੰਗਜ਼ੇਬ ਉਹ ਤਾਂ ਮਾਰਿਆ ਗਿਆ, ਅਤੇ ਬਹਾਦਰ ਸ਼ਾਹ ਅੱਗੇ ਗੁਰੂ ਮਹਾਰਾਜ ਦਾ ਪ੍ਰੇਮੀ ਹੈ, ਜਿਹਦੇ ਕਰਕੇ ਹੁਣ ਤਾਂ ਕੋਈ ਜੰਗ ਯੁੱਧ ਦਾ ਕਾਰਨ ਬਣਦਾ ਨਹੀਂ। ਇਸ ਕਰਕੇ ਵੀ ਜਿਹੜੇ ਸਿੱਖ ਸਨ ਨਿਸ਼ਚਿੰਤ ਜਿਹੇ ਹੋ ਕਰਕੇ ਉੱਥੇ ਰਹਿੰਦੇ ਸੀ, ਕਿਸੇ ਨੂੰ ਕੁਝ ਪਤਾ ਨਹੀਂ ਸੀ। ਪਰ ਗੁਰੂ ਮਹਾਰਾਜ ਜੀ ਨੇ ਸਿੱਖਾਂ ਨੂੰ ਦੱਸਣ ਵਾਸਤੇ ਕਿ ਹਰ ਸਮੇਂ ਸਿੱਖ ਕੌਮ ਜਿਹੜੀ ਉਹ ਤਿਆਰ ਬਰ ਤਿਆਰ ਰਵੇ, ਕਦੀ ਵੀ ਇਹਨਾਂ ਦੇ ਜੀਵਨ ਵਿੱਚ ਅਵੇਸਲਾਪਣ ਨਾ ਆਵੇ, ਇਹ ਦਰਸਾਉਣ ਵਾਸਤੇ ਇੱਕ ਉੱਥੇ ਕੌਤਕ ਕਰਦੇ ਆ। ਵੈਸੇ ਵੀ ਸੰਗਤ ਜੀ, ਗੁਰੂ ਦਾ ਮਤਲਬ ਕੀ ਹੈ? ਆਪਾਂ ਆਮ ਕਹਿੰਦੇ ਨਾ ਫਲਾਣੇ ਨੇ ਫਲਾਣੇ ਕੋਲੋਂ ਕੁਝ ਗੁਰ ਲਿਆ ਹੈ। ਗੁਰ ਦਾ ਭਾਵ ਹੈ ਕੋਈ ਗੁਣ ਲੈਣਾ, ਗੁਣ ਦੇਣ ਵਾਲਾ। ਜਿਹੜਾ ਗੁਣ ਦੇਣ ਵਾਲਾ ਉਹ ਗੁਰੂ ਹੋ ਗਿਆ, ਅਤੇ ਦਿੱਤਾ ਕੀ ਉਹਨੇ? ਗੁਰੂ ਨੇ ਗੁਰ ਦਿੱਤਾ ਹੈ। ਤੋ ਇੱਦਾਂ ਜਿਸ ਦੇ ਜੀਵਨ ਵਿੱਚ ਕਹਿ ਲਓ ਕਿ ਇਸ਼ਾਰੇ ਵਿੱਚ ਵੀ ਗੁਰ ਹੀ ਗੁਰ ਹੋਵੇ, ਉਹੀ ਗੁਰੂ ਹੈ ਨਾ। ਧੰਨ ਗੁਰੂ ਕਲਗੀਆਂ ਵਾਲੇ ਮਹਾਰਾਜ, ਦਾਸੀ ਸਾਡੇ ਗੁਰੂ ਸਾਹਿਬਾਨ, ਜਿਨ੍ਹਾਂ ਦੇ ਭਾਈ ਬੋਲਾਂ ਦੇ ਵਿੱਚੋਂ ਜੋ ਬਚਨ ਨਿਕਲੇ ਉਹ ਤਾਂ ਸਾਡੇ ਲਈ ਗੁਰ ਹੈ ਹੀ ਹੈ, ਪਰ ਉਹਨਾਂ ਦੇ ਕਦਮ ਕਦਮ ਵਿੱਚ ਵੀ ਗੁਰ ਹੀ ਗੁਰ ਸੀ। ਉਹਨਾਂ ਦੇ ਅੱਖ ਦੇ ਇਸ਼ਾਰੇ ਵਿੱਚ ਵੀ ਭਾਈ ਗੁਰ ਸੀ, ਉਹਨਾਂ ਦੇ ਹੱਥ ਦੇ ਇਸ਼ਾਰੇ ਵਿੱਚ ਵੀ ਗੁਰ ਹੀ ਗੁਰ ਸੀ। ਜੇ ਮਹਾਰਾਜ ਜੀ ਹੱਥ ਤਾਂ ਨੂੰ ਖੜਾ ਕਰਦੇ ਆ ਅਤੇ ਉਹਦੇ ਵਿੱਚ ਵੀ ਕੋਈ ਸਿੱਖਿਆ ਹੈ। ਜੇ ਮਹਾਰਾਜ ਜੀ ਅੱਖ ਦਾ ਇਸ਼ਾਰਾ ਕਰਦੇ ਕੋਈ ਸਿੱਖਾਂ ਨੂੰ, ਉਹਦੇ ਵਿੱਚ ਵੀ ਸਿੱਖਿਆ ਹੀ ਸਿੱਖਿਆ। ਜੇ ਮਹਾਰਾਜ ਜੀ ਕੁਝ ਮੁਸਕਰਾਉਂਦੇ ਹੈ, ਉਹਦੇ ਵਿੱਚ ਵੀ ਭਾਈ ਸਿੱਖਿਆ ਹੀ ਸਿੱਖਿਆ ਸੀ। ਗੁਰ ਹੀ ਗੁਰ ਸੀ। ਤੋ ਜਿਹਦੇ ਵਿੱਚ ਗੁਰ ਹੀ ਗੁਰ ਭਰੇ ਹੋਣ ਉਹੀ ਗੁਰੂ ਹੁੰਦਾ ਹੈ ਨਾ। ਉਹ ਕਲਗੀਆਂ ਵਾਲੇ ਮਹਾਰਾਜ ਜੀ ਹਰੇਕ ਪੱਖੋਂ ਕਹਿ ਲਓ ਕਿ ਸਾਨੂੰ ਗੁਰ ਦੇ ਰਹੇ ਸੀ। ਰਹਿਰਾਸ ਸਾਹਿਬ ਜੀ ਦਾ ਪਾਠ ਹੋਇਆ ਸੰਗਤ ਜੀ, ਅਤੇ ਸਿੱਖ ਸਾਰੇ ਆਪੋ ਆਪਣੇ ਸਥਾਨਾਂ 'ਤੇ ਗਏ, ਸਮਾਪਤੀ ਹੋ ਗਈ। ਮਹਾਰਾਜ ਆਪਣਾ ਜਿਹੜਾ ਆਸਣ ਸੀ ਉੱਥੇ ਆ ਗਏ। ਇੱਕ ਸਿੱਖ ਜਿਹੜਾ ਸੀ ਮਹਾਰਾਜ ਜੀ ਦੇ ਚਿਹਰੇ 'ਤੇ ਰੁਮਾਲ ਝੱਲ ਰਿਹਾ ਸੀ,
ਮੱਛਰ ਮੱਖੀ ਨਾ ਆਵੇ। ਇਹ ਜਿਹੜੇ ਪਠਾਨ ਸੀ ਨਾ, ਦੋਨੇ ਭਰਾ ਆਏ, ਵੇਖਿਆ ਕਿ ਮਹਾਰਾਜ ਜੀ ਇਕੱਲੀ ਹੈ। ਇਹ ਕੋਲੇ ਆ ਕੇ ਬਹਿ ਗਿਆ ਉੱਥੇ ਮਹਾਰਾਜ ਜੀ ਦੇ। ਅਤੇ ਅੰਤਰਜਾਮੀ ਸਤਿਗੁਰੂ ਜੀ ਉਹ ਸਿੱਖ ਨੂੰ ਜਿਹੜਾ ਰੁਮਾਲ ਚੱਲ ਰਿਹਾ ਸੀ ਉਹਨੂੰ ਬਾਹਰ ਭੇਜ ਦਿੱਤਾ ਕਿਸੇ ਕੰਮ ਵਾਸਤੇ। ਮਹਾਰਾਜ ਜੀ ਕਹਿ ਲਓ ਕਿ ਜਿਵੇਂ ਸੁੱਤੇ ਹੋਣ, ਇੱਦਾਂ ਮਹਾਰਾਜ ਜੀ ਨੇ ਆਪਣੇ ਆਪ ਨੂੰ ਉਹਦੇ ਸਾਹਮਣੇ ਪ੍ਰਗਟ ਕੀਤਾ ਵੀ ਮੈਂ ਸੁੱਤਾ ਪਿਆ ਹਾਂ। ਅਤੇ ਉਹਨੇ ਪਠਾਨ ਨੇ ਮੌਕਾ ਤਾੜ ਕਰਕੇ ਖੰਜਰ ਕੱਢ ਕੇ ਅਤੇ ਸਾਧ ਸੰਗਤ ਜੀ ਮਹਾਰਾਜ ਜੀ ਦੇ ਜਿਹੜਾ ਵੱਖੀ ਵਾਲਾ ਸਥਾਨ ਸੀ ਨਾ, ਇੱਥੇ ਬੜੀ ਜ਼ੋਰ ਦੇ ਨਾਲ ਮਾਰ ਦਿੱਤਾ। ਇਤਿਹਾਸ 'ਚ ਲਿਖਿਆ ਕਿ ਪਹਿਲਾ ਖੰਜਰ ਪਾਸੇ ਜਾ ਲੱਗਾ ਅਤੇ ਦੂਜਾ ਖੰਜਰ ਜਿਹੜਾ ਸੀ ਉਹ ਵੀ ਪਾਸੇ ਲੱਗਾ, ਘਬਰਾ ਕੇ ਹੱਥ ਕੰਬ ਗਿਆ। ਤੀਜਾ ਖੰਜਰ ਮਹਾਰਾਜ ਜੀ ਦੇ ਵੱਖੀ ਵਿੱਚ ਜਾ ਕੇ ਮਾਰਿਆ, ਜਿਹੜਾ ਕਿ ਕਾਫੀ ਕਹਿ ਲਓ ਜ਼ਖਮ ਡੂੰਘਾ ਕਰ ਗਿਆ ਸੀ। ਬੜੀਆਂ ਅੰਦਰ ਤੱਕ ਨਾੜਾਂ ਅਤੇ ਦਿਲ ਤੱਕ ਕਹਿ ਲਓ ਵਾਰ ਕਰ ਗਿਆ ਸੀ। ਮਹਾਰਾਜ ਜੀ ਉਸੇ ਸਮੇਂ ਸੰਗਤ ਜੀ ਉੱਠਦੇ ਹੈ, ਇਹ ਭੱਜਣ ਲੱਗਾ ਅਤੇ ਇਹਦੇ ਗੁਲਾਮੇ ਤੋਂ ਮਹਾਰਾਜ ਨੇ ਖੱਬੇ ਹੱਥ ਨਾਲ ਫੜ ਲਿਆ ਅਤੇ ਸੱਜੇ ਹੱਥ ਦੇ ਨਾਲ ਜਿਹੜਾ ਖੰਜਰ ਸੀ ਨਾ ਮਹਾਰਾਜ ਜੀ ਦੇ ਸਿਰਹਾਣੇ 'ਤੇ ਰੱਖਿਆ ਹੋਇਆ, ਉਹ ਖੰਜਰ ਸਤਿਗੁਰੂ ਮਹਾਰਾਜ ਨੇ ਕਹਿੰਦੇ ਝਟਕਾ ਕਰਕੇ ਖੰਜਰ ਜਿਹੜਾ ਸੀ ਅਤੇ ਉਹ ਕੱਢ ਕੇ ਉਹ ਖੰਜਰ ਨਾਲ ਇਹਨੂੰ ਮਾਰ ਦਿੱਤਾ। ਉਸੇ ਸਮੇਂ ਰੌਲਾ ਜਿਹਾ ਪਿਆ, ਜਿਹੜਾ ਬਾਹਰ ਖਲੋਤਾ ਸੀ ਉਹ ਭੱਜ ਗਿਆ। ਮਹਾਰਾਜ ਜੀ ਆਸਣ 'ਤੇ ਬਹਿ ਗਏ। ਬੈਠ ਕੇ ਸਤਿਗੁਰੂ ਜੀ ਨੇ ਆਵਾਜ਼ ਮਾਰੀ ਵੀ ਕੋਈ ਸਿੱਖ ਹੈ ਇੱਧਰ ਸਾਡੇ ਕੋਲੇ ਆਓ। ਉਸੇ ਸਮੇਂ ਸੰਗਤ ਜੀ ਸਿੱਖ ਭੱਜੇ ਆਏ ਨੇ ਅਤੇ ਆ ਕੇ ਜਦੋਂ ਵੇਖਿਆ ਤਾਂ ਮਹਾਰਾਜ ਜੀ ਦੇ ਕੋਲੇ ਇੱਕ ਪਠਾਨ ਡਿੱਗਿਆ ਪਿਆ ਸੀ। ਇੱਕ ਨੇ ਆ ਕੇ ਸੰਗਤ ਜੀ, ਨੱਥਾ ਸਿੰਘ ਸ਼ਾਇਦ ਉਹਨਾਂ ਦਾ ਨਾਮ, ਆਉਂਦਿਆਂ ਹੀ ਉਹਦੇ ਮਰੇ ਹੋਏ ਦੇ ਹੀ ਧੌਣ 'ਤੇ ਵਾਰ ਕਰਕੇ ਉਹਦੀ ਧੌਣ ਲਾਹ ਕੇ ਵੱਖ ਕਰ ਦਿੱਤੀ। ਮਹਾਰਾਜ ਜੀ ਹੱਸ ਕੇ ਕਹਿੰਦੇ, ਉਹ ਮਰੇ ਨੂੰ ਕਾਹਨੂੰ ਮਾਰੀ ਜਾਨਾ, ਇਹ ਤਾਂ ਪਹਿਲਾਂ ਹੀ ਗੱਡੀ ਚਾੜ ਦਿੱਤਾ ਹੈ। ਉਸੇ ਸਮੇਂ ਹੋਰ ਸਿੱਖ ਜਿਹੜੇ ਸੀ ਕੁਝ ਨੇੜੇ ਆ ਗਏ। ਜਿਹੜਾ ਬਾਹਰ ਭੱਜਿਆ ਸੀ ਉਹ ਵੀ ਤੰਬੂ ਦੇ ਕਿੱਲੇ ਦੇ ਨਾਲ ਅੜ ਕੇ ਡਿੱਗ ਪਿਆ ਅਤੇ ਉਹਦੇ ਕੋਲੋਂ ਫਿਰ ਸਿੱਖਾਂ ਨੇ ਪੁੱਛਿਆ। ਸਾਰਾ ਭੇਦ ਪੁੱਛਣ ਤੋਂ ਬਾਅਦ ਉਹਨੂੰ ਵੀ ਸਿੱਖਾਂ ਨੇ ਫਿਰ ਕਹਿ ਲਓ ਕਿ ਉੱਥੇ ਹੀ ਮੌਤ ਦੇ ਘਾਟ ਉਤਾਰਤਾ। ਸਿੱਖ ਸਾਰੇ ਭੱਜ ਕੇ ਮਹਾਰਾਜ ਜੀ ਦੇ ਤੰਬੂ 'ਚ ਆ ਕੇ ਬੈਠੇ। ਮਹਾਰਾਜ ਆਪ ਠੀਕ ਹੋ? ਸਤਿਗੁਰੂ ਚਿਹਰੇ ਤੋਂ ਤਾਂ ਉਸੇ ਤਰ੍ਹਾਂ ਹੀ ਮੁਸਕਰਾ ਕੇ ਗੱਲ ਕਰ ਰਹੇ ਸਨ, ਪਰ ਕੀ ਹੋਇਆ, ਜਦੋਂ ਇੱਕ ਸਿੱਖ ਦਾ ਧਿਆਨ ਥੱਲੇ ਚਾਦਰ 'ਤੇ ਪਿਆ, ਚਿੱਟੀ ਚਾਦਰ ਸੀ, ਉਹ ਐਂ ਲਾਲੋ ਲਾਲ ਹੋਈ ਪਈ ਅਤੇ ਚਾਦਰ ਦੇ ਪਾਸੋਂ ਸੰਗਤ ਜੀ ਖੂਨ ਤਿਪ ਕਰਕੇ ਥੱਲੇ ਡਿੱਗੇ। ਉਹ ਸਿੱਖ ਦਾ ਹੱਥ ਜਦੋਂ ਚਾਦਰ 'ਤੇ ਲੱਗਾ, ਕਿਉਂਕਿ ਹਨੇਰਾ ਜਿਹਾ ਹੋਇਆ ਸੀ, ਉਹ ਹੱਥ ਸਾਰਾ ਖੂਨ ਨਾਲ ਭਰ ਗਿਆ। ਉਸੇ ਸਮੇਂ ਕਹਿ ਲਓ ਸਿੱਖਾਂ ਦੇ ਜਿੰਨੇ ਵੀ ਸਨ, ਅੱਖਾਂ ਅੱਗੇ ਹਨੇਰਾ ਹੀ ਹਨੇਰਾ ਆ ਗਿਆ। ਪੈਰਾਂ ਹੇਠੋਂ ਜ਼ਮੀਨ ਕਹਿ ਲਓ ਨਿਕਲ ਗਈ, ਆਕਾਸ਼ ਫਟ ਗਿਆ, ਜ਼ਮੀਨ ਜਿਵੇਂ ਥੱਲੇ ਧੱਸ ਗਈ ਹੋਵੇ। ਸਿੱਖਾਂ ਲਈ ਤਾਂ ਇਹ ਕੁਝ ਬਣ ਗਿਆ। ਕਹਿਣ ਲੱਗੇ, ਮਹਾਰਾਜ ਤੁਹਾਡੇ ਜ਼ਖਮ ਹੋ ਗਿਆ ਲੱਗਦਾ, ਫੱਟ ਹੋਇਆ ਲੱਗਦਾ ਹੈ। ਉਸੇ ਸਮੇਂ ਸੰਗਤ ਜੀ ਸਿੱਖਾਂ ਨੇ ਮਹਾਰਾਜ ਜੀ ਦਾ ਜਿਹੜਾ ਚੋਲਾ ਸੀ ਉਹ ਲਾਹਿਆ ਹੈ। ਵੇਖਿਆ ਜ਼ਖਮ ਬਹੁਤਾ ਹੀ ਜ਼ਿਆਦਾ ਵੱਡਾ ਹੋਇਆ ਪਿਆ ਸੀ। ਤਦੋਂ ਜਿੰਨਾ ਕੁ ਹੋ ਸਕਿਆ, ਜਿਹੜੇ ਕੋ ਵੈਦ ਹਕੀਮ ਕੋਲੇ ਸਨ, ਉਹਨਾਂ ਆ ਕੇ ਰਾਤ ਜਿਹੜਾ ਜ਼ਖਮ ਸੀ ਉਹਨੂੰ ਥੋੜ੍ਹਾ ਬਹੁਤਾ ਸਾਫ਼ ਕੀਤਾ। ਸਵੇਰ ਹੁੰਦਿਆਂ ਇਹ ਗੱਲ ਬਾਦਸ਼ਾਹ ਤੱਕ ਵੀ ਪਹੁੰਚੀ, ਬਹਾਦਰ ਸ਼ਾਹ ਦੇ ਕੋਲੇ। ਉਹ ਵੀ ਕਹਿ ਲਓ ਬੜਾ ਚਿੰਤਾ ਸਹਿਤ ਹੋਇਆ। ਉਸ ਸਮੇਂ ਕੁਝ ਉਸ ਨੇ ਵੀ ਫਰੰਗੀ ਜਿਹੜੇ ਡਾਕਟਰ ਸੀ, ਕੁਝ ਕਿਉਂਕਿ ਗੋਰੇ ਇੱਧਰ ਆ ਚੁੱਕੇ ਸੀ ਉਸ ਸਮੇਂ, ਉਹ ਭੇਜੇ ਸੀ। ਚਲੋ ਆ ਕੇ ਉਹਨਾਂ ਨੇ ਇਲਾਜ ਕੀਤਾ, ਜ਼ਖਮ ਜਿਹੜਾ ਸੀ ਉਹਨੂੰ ਸੀਕ ਕਰਕੇ ਤੇ ਉੱਤੇ ਪੱਟੀ ਆਦਿਕ ਜੋ ਸੀ ਬੰਨ੍ਹੀ ਹੈ। ਕਿਹਾ ਕਿ ਹੁਣ ਇਹ ਚੌਥੇ ਪੰਜਵੇਂ ਦਿਨ ਤੱਕ ਮਹਾਰਾਜ ਜੀ ਦਾ ਸਰੀਰ ਜਿਹੜਾ ਕੁਝ ਕੁ ਠੀਕ ਹੋ ਜਾਏਗਾ ਅਤੇ 12ਵੇਂ ਕੁ ਦਿਨ ਇਹਨਾਂ ਦਾ ਸਰੀਰ ਜਿਹੜਾ ਹੈ ਉਹ ਇਸ਼ਨਾਨ ਕਰਨ ਦੇ ਯੋਗ ਹੋ ਜਾਵੇਗਾ। ਇੱਦਾਂ ਸੰਗਤ ਜੀ ਫਿਰ 12 ਦਿਨ ਤੱਕ ਉਹ ਜ਼ਖਮ ਰਿਹਾ ਅਤੇ 12ਵੇਂ ਦਿਨ ਨੂੰ ਫਿਰ ਸਿੱਖਾਂ ਨੇ ਜ਼ਖਮ ਜਿਹੜਾ ਸੀ ਵੇਖ ਕੇ ਮਹਾਰਾਜ ਜੀ ਦਾ ਇਸ਼ਨਾਨ ਜਿਵੇਂ ਕਰਵਾਇਆ ਹੈ। ਸਤਿਗੁਰੂ ਮਹਾਰਾਜ ਜੀ ਹੁਣ ਅੰਦਰ ਬਾਹਰ ਆਉਂਦੇ ਜਾਂਦੇ ਆ। ਇਸ ਤਰ੍ਹਾਂ ਕੁਝ ਸਮਾਂ ਲੰਘਿਆ ਹੈ। ਸਾਰੀਆਂ ਸੰਗਤਾਂ ਦੇ ਹੁਣ ਫਿਰ ਮਨ 'ਚ ਚਲੋ ਆ ਗਿਆ ਕਿ ਗੁਰੂ ਸਾਹਿਬ ਜੀ ਉਸੇ ਤਰ੍ਹਾਂ ਸਾਨੂੰ ਦਰਸ਼ਨ ਦੇ ਰਹੇ ਆ। ਕੋਈ ਖਿਆਲ, ਕੋਈ ਚੇਤਾ ਹੀ ਨਹੀਂ ਹੈ ਇੱਦਾਂ ਕਿ ਗੁਰੂ ਮਹਾਰਾਜ ਜੀ ਸਾਡੇ ਜੋਤੀ ਜੋਤ ਸਮਾਉਣਗੇ। ਅਤੇ ਕਿਉਂਕਿ ਜਾਣਦੇ ਹੈ ਕਿ ਸਤਿਗੁਰੂ ਜੀ ਤਾਂ ਸਾਡੇ ਬੇਪਰਵਾਹ ਨੇ। ਅਤੇ ਇੱਥੇ ਮਹਾਰਾਜ ਜੀ ਜਦੋਂ ਬੈਠੇ, ਇੱਕ ਦਿਨ ਕੀ ਹੋਇਆ ਸੰਗਤ ਜੀ, ਕਹਿੰਦੇ ਦੁਸ਼ਹਿਰੇ ਦਾ ਸਮਾਂ ਜਦੋਂ ਆਇਆ, ਉਸ ਸਮੇਂ ਸਿੱਖਾਂ ਵਿੱਚੋਂ ਹੀ ਮਹਾਰਾਜ ਨੇ ਰਿਵਾਜ਼ ਪਾਉਣ ਵਾਸਤੇ ਕਿ ਸਾਡਾ ਖਾਲਸਾ ਕਿਤੇ ਐਵੇਂ ਹਿੰਦੂਆਂ ਵਾਂਗੂ ਕਿਤੇ ਰਾਵਣ ਦੇ ਪੁਤਲੇ ਨਾ ਫੂਕਦਾ ਫਿਰੇ, ਉਹ ਮਰੇ ਹੋਏ ਦੀ ਕਿਤੇ ਖੇਹ ਨਾ ਉਡਾਉਂਦਾ ਫਿਰੇ। ਸਾਡਾ ਸਿੱਖ ਕੀ ਕਰੇ
ਮਹਾਰਾਜ ਨੇ ਸਾਨੂੰ ਤਿਉਹਾਰ ਦਿੱਤਾ ਇੱਕ ਸ਼ਸਤਰਾਂ ਦੀ ਪੂਜਾ ਦਾ। ਮਹਾਰਾਜ ਕਿਹਾ ਖਾਲਸਾ ਜੀ ਜਿੱਦਣ ਦੁਸ਼ਹਿਰਾ ਹੋਵੇ ਉਦੋਂ ਤੁਸੀਂ ਜਿੰਨੇ ਵੀ ਸ਼ਸਤਰ ਆਦਿਕ ਨੇ ਸਾਰੇ ਕੱਢ ਕੇ ਇੱਦਾਂ ਸਜਾਉਣੇ, ਇਹਨਾਂ ਦੀ ਸੇਵਾ ਕਰਨੀ, ਇਹਨਾਂ ਨੂੰ ਮਾਂਜਣਾ ਹੈ, ਸਾਫ ਸਫਾਈ ਕਰਨੀ ਹੈ, ਧੂਪ ਬੱਤੀ ਕਰਕੇ ਇਹਨਾਂ ਦੀ ਪੂਜਾ ਕਰਨੀ ਸ਼ਸਤਰਾਂ ਦੀ। ਇੱਦਾਂ ਸ਼ਸਤਰ ਸੰਗਤ ਜੀ ਸਜਾਏ ਹੋਏ ਸਨ। ਉੱਥੇ ਕੁਝ ਹੋਰ ਇਲਾਕੇ ਦੇ ਕੋਈ ਮੁਗਲ, ਕੁਝ ਪਠਾਨ ਕਹਿ ਲਓ, ਨੌਜਵਾਨ ਆਏ ਸੀ ਅਤੇ ਮਹਾਰਾਜ ਜੀਆਂ ਦੇ ਧਨੁਖ ਵੀ ਉੱਥੇ ਰੱਖੇ ਹੋਏ ਸੀ। ਉਹਨਾਂ ਨੇ ਵੇਖੇ, ਨੌਜਵਾਨ ਬੱਚਿਆਂ ਨੇ ਵੇਖ ਕੇ ਤੇ ਸ਼ਸਤਰਾਂ ਦੇ ਕਹਿ ਲਓ ਹਾਸਾ ਜਿਹਾ, ਮਖੌਲ ਜਿਹਾ ਕੀਤਾ ਜੀ ਵੀ ਐਡੇ ਵੱਡੇ ਜਿਹੜੇ ਸ਼ਸਤਰ ਨੇ, ਐਡਾ ਕਰੜਾ ਜਿਹੜਾ ਧਨੁਸ਼ ਹੈ, ਇਹ ਤਾਂ ਸਜਾਵਟ ਵਾਸਤੇ ਹੀ ਹੈ, ਕਿਉਂਕਿ ਇਹਨੂੰ ਚਲਾਉਣ ਵਾਲਾ ਤਾਂ ਕੋਈ ਸੂਰਮਾ ਲੱਗਦਾ ਨਹੀਂ ਵੀ ਇੱਥੇ ਦੁਨੀਆ 'ਚ ਹੋਵੇਗਾ। ਇਹਦਾ ਨਰਾਦਰ ਜੀ ਦੇ ਸ਼ਬਦ ਬੋਲ ਕੇ ਤਾੜੀ ਮਾਰ ਕੇ ਹੱਸੇ। ਮਹਾਰਾਜ ਜੀ ਨੇ ਸੁਣ ਲਿਆ। ਸਤਿਗੁਰੂ ਜੀ ਹੁਣ ਸ਼ਸਤਰਾਂ ਦਾ ਕਿੱਥੇ ਅਪਮਾਨ ਝੱਲ ਸਕਦੇ ਸੀ। ਮਹਾਰਾਜ ਨੇ ਕਿਹਾ ਕਿ ਉਹ ਨੌਜਵਾਨੋ ਬੱਚਿਓ, ਸਾਡੇ ਗੁਰੂ ਘਰ ਦੇ ਵਿੱਚ ਕੋਈ ਵੀ ਇੱਥੇ ਦਿਖਾਵੇ ਦੀ ਚੀਜ਼ ਨਹੀਂ ਹੈ। ਇੱਥੇ ਜੋ ਕੁਝ ਵੀ ਹੈ ਸਾਰਾ ਕੁਝ ਸੱਚ ਹੀ ਸੱਚ ਪ੍ਰਗਟ ਕੀਤਾ ਜਾਂਦਾ। ਜੇ ਆਹ ਧਨੁਸ਼ ਬਣੇ ਹੋਏ ਨੇ ਤਾਂ ਇਹ ਚਿੱਲਿਆਂ 'ਤੇ ਚੜ੍ਹਨ ਵਾਲੇ ਵੀ ਹਨ। ਕਹਿਣ ਲੱਗੇ ਮਹਾਰਾਜ ਗੱਲੀ ਬਾਤੀ ਤਾਂ ਅਸੀਂ ਕੀ ਜਾਣੀਏ, ਜਾਂ ਤਾਂ ਕੋਈ ਚਾੜ ਕੇ ਦਿਖਾਵੇ। ਤਾਂ ਸਤਿਗੁਰੂ ਮਹਾਰਾਜ ਜੀ ਆਪ ਹੀ ਸੰਗਤ ਜੀ ਉੱਠ ਕੇ ਤੇ ਮਹਾਰਾਜ ਦਾ ਜਿਹੜਾ ਆਪਣਾ ਧਨੁਸ਼ ਜੀ ਉਹ ਸਤਿਗੁਰੂ ਜੀ ਨੇ ਚੱਕਿਆ। ਇਹੋ ਜਿਹਾ ਧਨੁਸ਼ ਸਾਧ ਸੰਗਤ ਜੀ ਦੁਨੀਆ ਦੇ ਵਿੱਚ ਵਿਦਵਾਨ ਲਿਖਦੇ ਆ ਕਿ ਗੁਰੂ ਗੋਬਿੰਦ ਸਿੰਘ ਜੀ ਵਾਲਾ ਧਨੁਖਧਾਰੀ ਵੀ ਨਹੀਂ ਕੋਈ ਹੋਇਆ ਉਹਨਾਂ ਵਰਗਾ। ਕਹਿੰਦੇ ਸੁਣਿਆ ਹੈ ਕਿ ਦੁਆਪਰ ਯੁੱਗ ਦੇ ਵਿੱਚ ਬੜੇ ਬੜੇ ਤਗੜੇ ਧਨੁਖਧਾਰੀ ਹੋਏ, ਜਿਨ੍ਹਾਂ ਵਿੱਚੋਂ ਦਾਨਵੀਰ ਕਰਨ ਦਾ ਬੜਾ ਵੱਡਾ ਨਾਮ ਆਉਂਦਾ, ਬੜਾ ਵੱਡਾ ਧਨੁਖਧਾਰੀ ਸੀ। ਅਰਜੁਨ ਜਿਹੜਾ ਮਹਾਂਭਾਰਤ ਦਾ ਵਿਜੇਤਾ ਹੈ ਸਭ ਤੋਂ ਵੱਡਾ, ਇਹਨੂੰ ਧਨੁਖਧਾਰੀ ਮੰਨਿਆ ਗਿਆ। ਭੀਸ਼ਮ ਪਿਤਾਮਾ ਬੜਾ ਵੱਡਾ ਕਹਿੰਦੇ ਧਨੁਖਧਾਰੀ ਸੀ, ਜਿਹਨੇ ਆਪਣੇ ਗੁਰੂ ਪਰਸ਼ੁਰਾਮ ਨੂੰ ਵੀ ਕਹਿ ਲਓ ਕਿ ਹਰਾ ਦਿੱਤਾ ਸੀ। ਪਰਸ਼ੁਰਾਮ ਇਹਨਾਂ ਦਾ ਗੁਰੂ ਸੀ, ਪਰ ਭੀਸ਼ਮ ਪਿਤਾਮਾ ਨੇ ਇਹੋ ਜਿਹੇ ਤੀਰ ਉਹਦੇ ਕੋਲੋਂ ਸਿੱਖੇ ਅਤੇ ਉਹਨੂੰ ਹੀ ਕਹਿ ਲਓ ਕਿ ਹਰਾ ਦਿੱਤਾ ਸੀ। ਇਹੋ ਜਿਹੇ ਵੱਡੇ ਵੱਡੇ ਧਨੁਖਧਾਰੀ ਸਨ। ਪਰ ਕਹਿੰਦੇ ਹੈ ਕਿ ਜੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਤੀਰ ਜਾਂ ਧਨੁਖ ਦੀ ਟੰਕਾਰ ਸੀ, ਉਹਨਾਂ ਦਾ ਮੁਕਾਬਲਾ ਉਹ ਵੀ ਨਹੀਂ ਕਰ ਸਕਦੇ ਨੇ ਜਿੱਦਾਂ ਉਹਨਾਂ ਦੀ ਸੁਣੇ ਹੈ। ਕਿਉਂਕਿ ਲਿਖਿਆ ਕਿ ਇਹੋ ਜਿਹੇ ਸੂਰਮੇ ਸੀ ਉਹ ਅਰਜਨ ਹੋਣੀ, ਕਰਨ ਹੋਣੀ, ਜਿਨ੍ਹਾਂ ਦੀ ਜਿਹੜੀ ਟੰਕਾਰ ਸੀ ਨਾ ਧਨੁਖ ਦੀ, ਜੋ ਚਿੱਲਾ ਹਿਲਾਉਂਦੇ ਸੀ ਅਤੇ ਚਿੱਲੇ ਦੇ ਵਿੱਚੋਂ ਹਿੱਲਣ ਕਰਕੇ ਜਿਹੜੀ ਆਵਾਜ਼ ਨਿਕਲਦੀ ਸੀ, ਕਹਿੰਦੇ ਉਹ ਆਵਾਜ਼ ਬੱਦਲ ਦੀ ਗਰਜ ਵਰਗੀ ਹੁੰਦੀ ਸੀ। ਉਹ ਆਵਾਜ਼ ਇਕੱਲੀ ਚਿੱਲੇ ਦੀ, ਹੁਣ ਉਹਦੇ ਵਿੱਚੋਂ ਜਦੋਂ ਤੀਰ ਨਿਕਲੇਗਾ ਅਤੇ ਉਹ ਵੇਖ ਲਓ ਫਿਰ ਕਿਹੋ ਜਿਹਾ ਹੋਵੇਗਾ। ਉਹ ਆਵਾਜ਼ ਸੁਣ ਕੇ ਕਹਿੰਦੇ ਕਿ ਵੱਡੇ ਵੱਡੇ ਜਿਹੜੇ ਸੂਰਮੇ ਸੀ ਨਾ ਘਬਰਾ ਜਾਂਦੇ ਹੁੰਦੇ ਸੀ। ਤੂੰ ਦੇਖ ਲਓ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਫਿਰ ਧਨੁਖ ਕਿਹੋ ਜਿਹਾ ਹੋਵੇਗਾ ਅਤੇ ਉਹਦੀ ਟੰਕਾਰ ਕਿਹੋ ਜਿਹੀ ਹੋਵੇਗੀ। ਉਹਦਾ ਮੁਕਾਬਲਾ ਕਹਿੰਦੇ ਕੋਈ ਨਹੀਂ ਕਰ ਸਕਦਾ ਹੈ। ਇਹਨਾਂ ਵਰਗਾ ਧਨੁਖਧਾਰੀ ਵੀ ਕੋਈ ਨਹੀਂ ਹੋਇਆ। ਤੋ ਸਤਿਗੁਰੂ ਮਹਾਰਾਜ ਜੀ ਨੇ ਸੰਗਤ ਜੀ ਫਿਰ ਉਹ ਤੀਰ ਚਿੱਲੇ 'ਤੇ ਚਾੜ੍ਹਿਆ ਅਤੇ ਮਹਾਰਾਜ ਜੀ ਨੇ ਫਿਰ ਉਹ ਬਹਿ ਕੇ ਵੀਰ ਆਸਣ ਲਾ ਕੇ ਅਤੇ ਕਹਿ ਲਓ ਕੰਨ ਤੱਕ ਚਿੱਲਾ ਖਿੱਚਿਆ ਅਤੇ ਤੀਰ ਜਿਹੜਾ ਸੀ ਅਸਮਾਨ ਵਾਲੇ ਪਾਸੇ ਨੂੰ ਛੱਡ ਦਿੱਤਾ। ਪਠਾਨ ਬੱਚੇ ਜਿਹੜੇ ਸੀ ਉਹ ਤਾਂ ਆਸ਼ ਕਰ ਉੱਠੇ ਕਿ ਵਾਕਈ ਗੁਰੂ ਘਰ ਦੇ ਵਿੱਚ ਇਹੋ ਜਿਹੇ ਧਨੁਖ ਜੇਕਰ ਰੱਖੇ ਹੋਏ ਨੇ ਤਾਂ ਉਹਨਾਂ ਨੂੰ ਚਲਾਉਣ ਵਾਲੇ ਵੀ ਭਾਈ ਹਨ ਗੁਰੂ ਮਹਾਰਾਜ ਆਪ ਹੀ। ਤੋ ਹੁਣ ਤੀਰ ਚੱਲਿਆ, ਉਹ ਬੱਚੇ ਤਾਂ ਖੁਸ਼ ਹੋ ਗਏ, ਪਰ ਜਿੰਨੇ ਸਿੱਖ ਸਨ ਉਹਨਾਂ ਦੇ ਕਹਿ ਲਓ ਸੰਗਤ ਜੀ ਸੀਨੇ ਚੀਰੇ ਗਏ। ਕਿਉਂਕਿ ਜਦੋਂ ਤੀਰ ਖਿੱਚਿਆ ਅਤੇ ਜਿਹੜਾ ਮਹਾਰਾਜ ਜੀ ਦਾ ਜ਼ਖਮ ਸੀ ਨਾ ਉਹ ਟਾਂਕੇ ਖੁੱਲ੍ਹ ਗਏ, ਅੱਗੇ ਨਾਲੋਂ ਵੀ ਜ਼ਿਆਦਾ ਪਾਟ ਗਿਆ ਜ਼ਖਮ, ਖੂਨ ਜਿਹੜਾ ਸੀ ਉਸੇ ਤਰ੍ਹਾਂ ਵਹਿਣ ਲੱਗ ਪਿਆ। ਸਾਰੇ ਸਿੱਖ ਦਵਾ ਦਵ ਭੱਜੇ ਆਏ ਮਹਾਰਾਜ ਜੀ ਕੋਲੇ, ਵੈਦ ਹਕੀਮਾਂ ਦਾ ਇੰਤਜ਼ਾਮ ਕਰਨ ਲੱਗੇ। ਮਹਾਰਾਜ ਨੇ ਹੱਥ ਦਾ ਇਸ਼ਾਰਾ ਕਰਕੇ ਸਭ ਨੂੰ ਰੋਕ ਦਿੱਤਾ। ਸਤਿਗੁਰੂ ਜੀ ਕਹਿੰਦੇ ਹੁਣ ਕੋਈ ਇਹਦਾ ਇਲਾਜ ਆਪਾਂ ਨਹੀਂ ਕਰਨਾ ਹੈ। ਮਹਾਰਾਜ ਕਹਿੰਦੇ ਕਮਰ ਕੱਸਾ ਲਿਆਓ। ਸਤਿਗੁਰੂ ਜੀ ਨੇ ਕਮਰ ਕੱਸਾ ਜਿਹੜਾ ਸੀ ਆਪ ਘੁੱਟ ਕੇ ਬੰਨ੍ਹ ਲਿਆ। ਮਹਾਰਾਜ ਕਹਿੰਦੇ ਹੁਣ ਕੋਈ ਲੋੜ ਨਹੀਂ ਹੈ ਇਲਾਜ ਦੀ, ਹੁਣ ਤਾਂ ਇਸੇ ਤਰ੍ਹਾਂ ਅਸੀਂ ਭਾਣਾ ਵਰਤਾਉਣਾ ਹੈ। ਇਹ ਸੁਣ ਕੇ ਸਾਰੇ ਸਿੱਖ ਬੜੇ ਘਬਰਾ ਗਏ। ਮਹਾਰਾਜ ਇਹ ਕਿਹੜੀਆਂ ਤੁਸੀਂ ਗੱਲਾਂ ਕਰਨ ਲੱਗੇ ਹੋ? ਭਾਣਾ ਵਰਤਾਉਣਾ, ਇਹ ਕਿਉਂ ਤੁਸੀਂ ਕਹਿ ਰਹੇ ਹੋ? ਕੀ ਹੋ ਗਿਆ ਇੱਥੇ ਭਾਣੇ ਵਰਤਾਉਣ ਨੂੰ? ਆਪ ਕਿਉਂ ਭਾਣਾ ਵਰਤਾਉਂਦੇ ਹੋ? ਇੱਥੇ ਰਹੋ ਮਹਾਰਾਜ, ਕੀ ਹੋਇਆ ਹੈ? ਸਾਨੂੰ ਤੁਸੀਂ ਦਰਸ਼ਨ ਦੇ ਰਹੇ ਆ, ਤੁਹਾਡੇ ਦਰਸ਼ਨ ਕਰਕੇ ਸਾਡਾ ਕਲਿਆਣ ਹੋ ਰਿਹਾ, ਸਾਡੇ ਜੀਵਨ ਦਾ ਭਲਾ ਹੋ ਰਿਹਾ ਹੈ। ਤੁਹਾਡੇ ਉਪਦੇਸ਼ ਸੁਣ ਕੇ ਤੁਹਾਡੇ ਨੇਤਰਾਂ ਦੀ ਦ੍ਰਿਸ਼ਟੀ ਸਾਡੇ 'ਤੇ ਪੈਂਦੀ ਹੈ, ਸਾਡੇ ਸਾਰੇ ਪਾਪ ਦੂਰ ਹੋ ਰਹੇ ਨੇ।
ਇੱਥੇ ਸਾਰੇ ਜੀਵਾਂ ਦੀ ਕਲਿਆਣ ਹੋ ਰਹੀ ਹੈ। ਮਹਾਰਾਜ ਕਹਿੰਦੇ ਦੇਖੋ ਭਾਈ, ਰੱਬੀ ਹੁਕਮ ਹੈ, ਉਹਦੇ ਹੁਕਮ ਦੇ ਵਿੱਚ ਸਾਨੂੰ ਚੱਲਣਾ ਹੀ ਯੋਗ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਏ, ਖੁਦ ਪਰਮੇਸ਼ਰ ਨੇ, ਪਰ ਦੇਖ ਲਓ ਉਹਨਾਂ ਨੇ ਵੀ ਇਸ ਸੰਸਾਰ ਦੀ ਮਰਜ਼ਾਦਾ ਦੀ ਪਾਲਣਾ ਕੀਤੀ। ਸਰੀਰ ਨੂੰ ਜਿੰਨਾ ਚਿਰ ਰੱਖਿਆ, ਅਖੀਰ ਉਹਨਾਂ ਨੇ ਵੀ ਸਰੀਰ ਓਹਲੇ ਕੀਤਾ। ਸਾਡੇ 9 ਗੁਰੂ ਸਾਹਿਬਾਨ ਹੋ ਚੁੱਕੇ ਹੈ, ਸਾਰਿਆਂ ਨੇ ਭਾਈ ਸਰੀਰ ਜਿਹੜੇ ਸੀ ਉਹ ਓਹਲੇ ਕੀਤੇ ਹੀ ਨੇ। ਇਸ ਕਰਕੇ ਹੁਣ ਅਸੀਂ ਵੀ ਜਾਵਾਂਗੇ। ਮਹਾਰਾਜ ਜੀ, ਉਮਰ ਕੀ ਹੋਈ ਤੁਹਾਡੀ? ਅਜੇ 42 ਵਰ੍ਹਿਆਂ ਦੀ ਉਮਰ ਹੈ, ਨੌਜਵਾਨੀ ਦੀ ਉਮਰ ਹੈ, ਕਿਹੜਾ ਬੁਢੇਪਾ ਆ ਗਿਆ ਵੀ ਤੁਸੀਂ ਚੱਲੇ ਆ? ਮਹਾਰਾਜ ਕਹਿੰਦੇ ਵੀ 8ਵੇਂ ਪਾਤਸ਼ਾਹ ਜੀ ਦੀ ਕਿੰਨੀ ਕੁ ਉਮਰ ਸੀ, 7ਵੇਂ ਪਾਤਸ਼ਾਹ ਜੀ ਨੇ ਕਿੰਨੀ ਕੁ ਉਮਰ ਭੋਗੀ, ਉਹ ਵੀ ਤਾਂ ਗਏ ਨੇ। ਇਸ ਕਰਕੇ ਸਿੱਖੋ ਇਹੋ ਜਿਹਾ ਮਨ 'ਚ ਖਿਆਲ ਨਾ ਕਰੋ ਤੁਸੀਂ ਉਮਰਾਂ ਦਾ। ਕੀ ਜੋ ਸਾਨੂੰ ਅਕਾਲ ਪੁਰਖ ਦਾ ਹੁਕਮ ਸੀ ਖਾਲਸਾ ਪੰਥ ਸਾਜਣ ਦਾ, ਉਹ ਅਸੀਂ ਸਾਜ ਦਿੱਤਾ ਹੈ, ਔਰ ਜੋ ਕੁਝ ਆਪਣੇ ਸਿੱਖਾਂ ਨੂੰ ਉਪਦੇਸ਼ ਦੇਣਾ ਸੀ ਉਹ ਸਾਰਾ ਕੁਝ ਅਸੀਂ ਦੇ ਦਿੱਤਾ ਹੈ। ਚਲੋ ਇੱਦਾਂ ਗੱਲਾਂ ਵਾਰਤਾ ਹੋਈਆਂ। ਹੁਣ ਸਿੱਖ ਦਾ ਕਿੱਥੇ ਜੀਅ ਕਰੇ ਵੀ ਮਹਾਰਾਜ ਨੂੰ ਇਹ ਕਹੇ ਕਿ ਠੀਕ ਹੈ ਮਹਾਰਾਜ ਨੂੰ ਜੋਤੀ ਜੋਤ ਸਮਾਓ। ਸਾਰੇ ਸਿੱਖ ਜਿੱਦ ਕਰਦੇ ਨੇ, ਪਰ ਹੁਣ ਮਹਾਰਾਜ ਦੇ ਅੱਗੇ ਜ਼ੋਰ ਕਿਸੇ ਦਾ ਥੋੜ੍ਹੀ ਚੱਲਣਾ ਸੀ। ਫਿਰ ਅਖੀਰ ਸਿੱਖਾਂ ਨੇ ਆਪਣੇ ਵੱਲੋਂ ਤਾਂ ਇੱਕ ਤੀਰ ਛੱਡਿਆ ਵੀ ਚਲੋ ਇਹ ਸੁਣ ਕੇ ਤੇ ਮਹਾਰਾਜ ਹੀ ਰਹਿ ਜਾਣਗੇ। ਕਹਿਣ ਲੱਗੇ ਦੇਖੋ ਮਹਾਰਾਜ ਜਦੋਂ ਵੀ ਕੋਈ ਗੁਰੂ ਜੋਤੀ ਜੋਤ ਸਮਾਉਂਦੇ ਸੀ, ਉਹ ਗੁਰੂ ਸਾਨੂੰ ਅਗਲੇ ਗੁਰੂ ਦੇ ਲੜ ਲਾ ਕੇ ਜਾਂਦੇ ਸੀ, ਅਤੇ ਤੁਸੀਂ ਸਾਨੂੰ ਕਿਹਦੇ ਲੜ ਲਾ ਕੇ ਚੱਲੇ ਜੇ? ਮਹਾਰਾਜ ਕਹਿੰਦੇ ਸਿੱਖੋ ਇਹ ਤੁਸੀਂ ਘਬਰਾਉਂਦੇ ਕਿਉਂ? ਤੁਹਾਨੂੰ ਬਿਨਾਂ ਗੁਰੂ ਤੋਂ ਥੋੜ੍ਹੇ ਛੱਡ ਕੇ ਜਾਵਾਂਗੇ, ਤੁਹਾਨੂੰ ਗੁਰੂ ਦੇ ਲੜ ਲਾ ਕੇ ਹੀ ਜਾਵਾਂਗੇ। ਔਰ ਹੁਣ ਅਸੀਂ ਉਹ ਗੁਰੂ ਸਾਜਾਂਗੇ ਜਿਹੜਾ ਗੁਰੂ ਸਾਡੇ 10 ਗੁਰੂਆਂ ਤੋਂ ਹੀ ਵੱਡਾ ਹੈ। ਮਹਾਰਾਜ ਗੁਰੂ ਨਾਨਕ ਤੋਂ ਵੀ ਵੱਡਾ? ਕਹਿੰਦੇ ਹਾਂ, ਗੁਰੂ ਨਾਨਕ ਦੇਵ ਜੀ ਦਾ ਵੀ ਜਿਹੜਾ ਗੁਰੂ ਹੈ ਉਹ ਗੁਰੂ ਹੁਣ ਤੁਹਾਨੂੰ ਇੱਥੇ ਅਸੀਂ ਦੇ ਕੇ ਜਾਵਾਂਗੇ। ਜਿਹਨੂੰ ਅਸੀਂ ਪੂਜਦੇ ਹਾਂ, ਜਿਹਨੂੰ ਗੁਰੂ ਨਾਨਕ ਦੇਵ ਜੀ ਮੱਥਾ ਟੇਕਦੇ ਆ, ਉਸੇ ਨੂੰ ਹੁਣ ਖਾਲਸਾ ਜੀ ਤੁਸੀਂ ਮੱਥਾ ਟੇਕਿਆ ਕਰੋਗੇ, ਉਹਦੀ ਹੁਣ ਤੁਸੀਂ ਪੂਜਾ ਕਰਿਆ ਕਰੋਗੇ। ਮਹਾਰਾਜ ਜੀ ਉਹ ਗੁਰੂ ਕੌਣ ਹੈ? ਤਾਂ ਸੰਗਤ ਜੀ ਉਸੇ ਸਮੇਂ ਫਿਰ ਇਹ ਕਹਿ ਕਰਕੇ ਤਦੋਂ ਭਾਈ ਦਇਆ ਸਿੰਘ ਜੀ ਨੂੰ ਹੁਕਮ ਕੀਤਾ ਕਿ ਭਾਈ ਦਇਆ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਵੇ। ਮਹਾਰਾਜ ਜੀ ਦਾ ਸੰਗਤ ਜੀ ਪ੍ਰਕਾਸ਼ ਕੀਤਾ ਗਿਆ। ਕੱਤਕ ਸੁਦੀ ਦੂਜ ਦਾ ਦਿਨ ਪਿੱਛੇ ਆਪਾਂ ਮਹਾਰਾਜ ਦੇ ਗੁਰਤਾ ਗੱਦੀ ਪੁਰਬ ਜਿਵੇਂ ਮਨਾ ਕੇ ਆਏ। ਪ੍ਰਕਾਸ਼ ਹੋਏ ਮਹਾਰਾਜ ਜੀ ਦੇ, ਸਾਰੀਆਂ ਜੰਨੀਆਂ ਸੰਗਤਾਂ ਮਹਾਰਾਜ ਦੇ ਹਜ਼ੂਰੀ ਵਿੱਚ ਆ ਕੇ ਬਹਿ ਗਈਆਂ। ਇਹੀ ਖਿਆਲ ਸੀ, ਅਜੇ ਵੀ ਨਹੀਂ ਪਤਾ ਚੱਲਿਆ ਵੀ ਮਹਾਰਾਜ ਕਿਹਨੂੰ ਗੁਰੂ ਸਥਾਪਨ ਕਰਨ ਲੱਗੇ ਆ। ਚਲੋ ਸਿਆਣੇ ਸਿੱਖਾਂ ਨੂੰ ਤਾਂ ਪਤਾ ਹੀ ਸੀ ਵੀ ਕੌਣ ਹੈ ਗੁਰੂ ਨਾਨਕ ਦਾ ਗੁਰੂ ਵੀ, ਪਰ ਆਮ ਸੰਗਤਾਂ ਤਾਂ ਇਸੇ ਸੰਬੰਧ ਵਿੱਚ ਵੀ ਸ਼ਾਇਦ ਕੋਈ ਦੇਹਧਾਰੀ ਹੋਰ ਅੱਗੇ ਗੁਰੂ ਬਣਾਵੇਗਾ। ਮਹਾਰਾਜ ਜੀ ਨੇ ਉਸ ਸਮੇਂ 5 ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆਂ ਖੜਾ ਕੀਤਾ, ਅਤੇ ਆਪ ਸਤਿਗੁਰੂ ਦੀ ਸੰਗਤ ਜੀ ਕਹਿ ਲਓ ਆਖਰੀ ਵਾਰ ਸਰੀਰ ਕਰਕੇ ਦੀਵਾਨ ਦੇ ਵਿੱਚ ਮਹਾਰਾਜ ਜੀ ਆਏ। ਆ ਕਰਕੇ ਤੇ ਸਭ ਸੰਗਤ ਨੂੰ ਸੰਬੋਧਨ ਹੁੰਦਿਆਂ ਮਹਾਰਾਜ ਨੇ ਪੈਸੇ 5 ਅਤੇ ਨਾਰੀਅਲ ਲਿਆ ਹੈ, ਥਾਲ ਵਿੱਚ ਟਿਕਾਇਆ ਅਤੇ ਲਿਆ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਉਹ ਅਰਪਣ ਕਰ ਦਿੱਤਾ। ਔਰ ਸਤਿਗੁਰੂ ਮਹਾਰਾਜ ਨੇ ਹੁਕਮ ਕੀਤਾ, ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨੀਐ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਿਓ ਚਹੈ ਖੋਜ ਸ਼ਬਦ ਮੈਂ ਲੇ। ਰਾਜ ਕਰੇਗਾ ਖਾਲਸਾ ਕੀ ਰਹਿ ਨਾ ਕੋਏ, ਖੁਆਰ ਹੋਏ ਸਭ ਮਿਲੈਂਗੇ ਬਚੇ ਸ਼ਰਨ ਜੋ ਹੋਏ। ਇਹ 3 ਜਿਹੜੇ ਸੀ ਦੋਹਰੇ ਮਹਾਰਾਜ ਜੀ ਨੇ ਉੱਥੇ ਆਪਣੇ ਰਸਨਾ ਤੋਂ ਉਚਾਰਨ ਕੀਤੇ ਹਨ, ਜਿਨ੍ਹਾਂ ਨੂੰ ਭਾਈ ਹਰ ਸਿੰਘ ਸਾਹਿਬ ਜੀ ਉਹਨਾਂ ਨੇ ਲਿਖਿਆ ਸੀ। ਇੱਦਾਂ ਭਾਈ ਉੱਥੇ ਮਹਾਰਾਜ ਜੀ ਨੇ ਫਿਰ ਸਭ ਸੰਗਤ ਨੂੰ ਸੰਬੋਧਨ ਕਰ ਦਿੱਤਾ ਕਿ ਭਾਈ ਹੁਣ ਤੁਹਾਡਾ ਗੁਰੂ ਸ਼ਬਦ ਹੋਵੇਗਾ। ਜੋ ਗੁਰੂ ਨਾਨਕ ਦੇਵ ਜੀ ਦਾ ਗੁਰੂ ਸੀ, ਸ਼ਬਦ ਗੁਰੂ ਸੁਰਤ ਧੁਨ ਚੇਲਾ ਮਹਾਰਾਜ ਨੇ ਕਿਹਾ ਸੀ ਨਾ, ਅਤੇ ਸਿੱਖੋ 10 ਜਾਮਿਆਂ ਵਿੱਚ ਅਸੀਂ ਇਹ ਸ਼ਬਦ ਨੂੰ ਹੀ ਇੱਥੇ ਲਿਆ ਕਰਕੇ ਸੰਪੂਰਨ ਰੂਪ ਦਿੱਤਾ ਹੈ। ਇਹ 10 ਜਾਮੇ ਇਸੇ ਵਾਸਤੇ ਧਾਰੇ ਸੀ ਕਿ ਸ਼ਬਦ ਦੀ ਸੰਪੂਰਨਤਾ ਹੋ ਸਕੇ। ਹੁਣ ਇਹ ਸ਼ਬਦ ਦੀ ਸੰਪੂਰਨਤਾ ਹੋ ਚੁੱਕੀ ਹੈ, ਅਤੇ ਇਹ ਸਾਰੀ ਬਾਣੀ ਜਿਹੜੀ ਗੁਰੂ ਸਾਹਿਬਾਨਾਂ ਦੀ ਉਚਾਰਨ ਹੋਈ ਹੈ, ਉਹਨਾਂ ਦੀ ਰਚਨਾ ਦੁਆਰਾ ਇਹ ਸ਼ਬਦ ਜੋ ਇੱਥੇ ਪ੍ਰਗਟ ਹੋਇਆ ਹੈ ਮੁਕੰਮਲ ਕਰਕੇ ਅਤੇ ਤੁਹਾਨੂੰ ਹੁਣ ਇਹ ਗੁਰੂ ਦੇ ਦਿੱਤਾ ਹੈ। ਹੁਣ ਕਹਿੰਦੇ ਬਾਤਾਂ ਕਰਨ ਹਮ ਸੋ ਚਾਹੈ, ਗ੍ਰੰਥ ਪੜ੍ਹੈ ਮਨ ਲਾਏ। ਮਹਾਰਾਜ ਕਹਿੰਦੇ ਹੁਣ ਜੇ ਤੁਹਾਡੀ ਇੱਛਾ ਕਿ ਸਾਡੇ ਨਾਲ ਗੱਲਾਂ ਕਰਨੀਆਂ ਨੇ, ਗੁਰੂ ਨਾਨਕ ਨਾਲ ਗੱਲਾਂ ਕਰਨੀਆਂ, ਅਤੇ ਗੁਰੂ ਗ੍ਰੰਥ ਸਾਹਿਬ ਨੂੰ ਚਿੱਤ ਲਾ ਕੇ ਪੜ੍ਹਿਆ ਕਰੋ।
ਮਹਾਰਾਜ ਤੁਹਾਡੇ ਦਰਸ਼ਨ, ਮਹਾਰਾਜ ਕਹਿੰਦੇ ਜੇ ਦਰਸ਼ਨ ਕਰਨਾ ਚਾਹੁੰਦੇ, ਦਰਸ਼ਨ ਚਾਹਿਓ ਸਤਿਗੁਰੂ ਜੋ ਸਹਿ ਦਰਸੈ ਗੁਰੂ ਗ੍ਰੰਥ। ਮਹਾਰਾਜ ਕਹਿੰਦੇ ਜਿਹੜਾ ਵੀ ਗੁਰੂ ਕਾ ਦਰਸ਼ਨ ਕਰਨਾ ਚਾਹੁੰਦਾ ਹੈ ਉਹ ਭਾਈ ਹੁਣ ਗੁਰੂ ਗ੍ਰੰਥ ਸਾਹਿਬ ਦਾ ਦਰਸ਼ਨ ਕਰੇ, ਇਹਦੇ ਵਿੱਚੋਂ ਸਾਡੇ ਹੀ ਦਰਸ਼ਨ ਤੁਹਾਨੂੰ ਹੋਇਆ ਕਰਨਗੇ। ਮਹਾਰਾਜ ਜੇ ਉਪਦੇਸ਼ ਲੈਣਾ ਹੋਵੇ, ਮਹਾਰਾਜ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਿਆ ਕਰੋ, ਇਹੀ ਤੁਹਾਡੇ ਵਾਸਤੇ ਮੁਕੰਮਲ ਉਪਦੇਸ਼ ਹੈ। ਇਹਦੋਂ ਪਰੇ ਹੋਰ ਤੁਹਾਨੂੰ ਕਿਸੇ ਉਪਦੇਸ਼ ਦੀ ਹੁਣ ਲੋੜ ਹੀ ਨਹੀਂ ਰਹਿ ਗਈ ਹੈ। ਇੱਦਾਂ ਮਹਾਰਾਜ ਨੇ ਸੰਗਤ ਜੀ ਹੁਕਮ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ, 3 ਪਰਿਕਰਮਾ ਕੀਤੀਆਂ, ਗੁਰਤਾ ਗੱਦੀ ਦਾ ਟਿੱਕਾ ਲਾ ਕੇ ਅਗਲੇ ਗੁਰੂ ਸਥਾਪਿਤ ਕਰ ਦਿੱਤੇ ਨੇ। ਆਪ ਸਤਿਗੁਰੂ ਮਹਾਰਾਜ ਜੀ ਉਸੇ ਤਰ੍ਹਾਂ ਸੰਗਤ ਜੀ ਫਿਰ ਬੈਠੇ। ਉਹ ਦਿਨ ਲੰਘਿਆ ਹੈ, ਅੱਜ ਦਾ ਦਿਨ ਸੰਗਤ ਜੀ ਫਿਰ ਆ ਗਿਆ। ਅਤੇ ਮਹਾਰਾਜ ਜੀ ਨੇ ਸਾਰੇ ਸਿੱਖਾਂ ਨੂੰ ਕਿਹਾ ਕਿ ਭਾਈ ਸਾਡੇ ਜਾਣ ਦੀ ਤਿਆਰੀ ਕੀਤੀ ਜਾਵੇ। ਐਂ ਕਰੋ ਕਿ ਜਿੱਥੇ ਮਹਾਰਾਜ ਜੀ ਦਾ ਸੰਗਤ ਜੀ ਨੂੰ ਸੱਚਖੰਡ ਵਾਲਾ ਸਥਾਨ ਹੈ ਨਾ, ਇਹੀ ਸਤਿਗੁਰਾਂ ਦਾ ਪੁਰਾਣਾ ਤਪੱਸਿਆ ਦਾ ਸਥਾਨ ਸੀ। ਇੱਥੇ ਹੀ ਮਹਾਰਾਜ ਜੀ ਨੇ ਜਾ ਕੇ ਡੇਰਾ ਲਾਇਆ, ਤੰਬੂ ਲਾ ਕੇ ਰਹਿੰਦੇ ਸੀ। ਅਤੇ ਮਹਾਰਾਜ ਨੇ ਕਿਹਾ ਕਿ ਜਿਹੜਾ ਇਹ ਥਾਂ ਹੈ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਲਿਪ ਦਿਓ, ਪੋਚਾ ਫੇਰ ਦਿਓ। ਸਿੱਖਾਂ ਨੇ ਲਿਆ ਕੇ ਸੰਗਤ ਦੀ ਜਿਹੜੀ ਮਿੱਟੀ ਹੈ ਪੋਚੇ ਵਾਲੀ ਹੁੰਦੀ, ਉਹਦੇ ਨਾਲ ਐਂ ਪੋਚਾ ਫੇਰ ਦਿੱਤਾ। ਨਾਲ ਪੋਚਾ ਫੇਰਦੇ ਹੈ, ਨਾਲ ਅੱਖਾਂ ਦੇ ਵਿੱਚੋਂ ਹੰਝੂ ਕੇਰਦੇ ਹੈ। ਮਹਾਰਾਜ ਨੇ ਹੁਕਮ ਕੀਤਾ ਲਿਆਓ ਵੀ ਚੰਦਨ ਦੀਆਂ ਲੱਕੜਾਂ ਲੈ ਕੇ ਆਓ। ਉੱਥੇ ਸੰਗਤ ਜੀ ਕਹਿ ਲਓ ਚੰਦਨ ਦਾ ਇੱਕ ਬਾਗ ਸੀ ਚੰਗਾ ਵੱਡਾ, ਉੱਥੋਂ 100 ਮਣ ਕਹਿੰਦੇ ਚੰਦਨ ਦੀ ਲੱਕੜ ਲਿਆਂਦੀ। ਮਹਾਰਾਜ ਨੇ ਕਿਹਾ ਜੀ ਇਹਦੀ ਚਿਖਾ ਸਜਾਓ। ਸਿੱਖ ਜਿਹੜੇ ਚਿਖਾ ਸਜਾ ਰਹੇ, ਕੋਈ ਆ ਕੇ ਪੁੱਛਦਾ, ਕਹਿੰਦੇ ਸਿੱਖੋ ਕੀ ਕਰਦੇ ਪਏ ਇੱਥੇ? ਕਹਿੰਦੇ ਜੀ ਆਪਣੇ ਗੁਰੂ ਵਾਸਤੇ ਚਿਖਾ ਸਜਾ ਰਹੇ। ਨਾਲੇ ਕਹਿ ਰਹੇ, ਨਾਲੇ ਮਨ ਭਰਦੇ ਆ, ਨਾਲੇ ਅੱਖਾਂ ਵਿੱਚੋਂ ਹੰਝੂ ਕੇਰਦੇ ਵੀ ਦੇਖੋ ਇਹ ਅਸੀਂ ਸਾਨੂੰ ਕੰਮ ਕਰਨਾ ਪੈ ਰਿਹਾ, ਗੁਰੂ ਸਾਡਾ ਜਿਉਂਦਾ ਜਾਗਦਾ ਅਤੇ ਅਸੀਂ ਚਿਖਾ ਤਿਆਰ ਕਰਦੇ ਪਏ ਹਾਂ। ਇੱਦਾਂ ਦਾ ਖਿਆਲ ਸਿੱਖ ਮਨ ਭਰਦੇ ਪਏ ਆ। ਸਾਰੀ ਚਿਖਾ ਸੰਗਤ ਜੀ ਕਹਿ ਲਓ ਸਜਾ ਦਿੱਤੀ ਗਈ। ਮਹਾਰਾਜ ਕਹਿੰਦੇ ਇਹਦੇ ਆਸੇ ਪਾਸੇ ਚਾਨਣੀ ਤਾਣ ਦਿਓ, ਸਾਡੇ ਕੌਤਕ ਨੂੰ ਹੋਰ ਨਾ ਹੁਣ ਕੋਈ ਦੇਖੇ ਜੋ ਅਸੀਂ ਕਰਨਾ ਹੈ। ਚਾਨਣੀ ਕਨਾਤ ਵੀ ਤਾਣ ਦਿੱਤੀ ਜੀ। ਮਹਾਰਾਜ ਸੱਚੇ ਪਾਤਸ਼ਾਹ ਸੰਗਤ ਜੀ ਸਣੇ ਕੇਸੀ ਇਸ਼ਨਾਨ ਕੀਤਾ ਅਤੇ ਸਾਰੇ ਸ਼ਸਤਰ ਬਸਤਰ ਜਿਹੜੇ ਸੀ ਮਹਾਰਾਜ ਜੀ ਨੇ ਸਜਾਏ, ਕਮਰ ਕੱਸਾ ਕੀਤਾ ਹੈ। ਅਤੇ ਸਤਿਗੁਰੂ ਮਹਾਰਾਜ ਜੀ ਨੇ ਉਸ ਸਮੇਂ ਕਿਹਾ ਤਬੇਲੇ ਦੇ ਵਿੱਚੋਂ ਭਾਈ ਜਿਹੜਾ ਸਿੱਖ ਘੋੜਿਆਂ ਦੇ ਕਹਿ ਲਓ ਕਿ ਗਲ ਵਿੱਚੋਂ ਵੀ ਰੱਸੇ ਖੋਲ੍ਹਦੇ, ਉਹਨਾਂ ਦੀ ਅਗਾੜੀ ਪਛਾੜੀ ਖੋਲ੍ਹਦੇ, ਉਹਨਾਂ ਦੀ ਵੀ ਹੁਕਮ ਮੰਨਿਆ। ਉਸੇ ਸਮੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਐਂ ਤਿਆਰ ਬਰ ਤਿਆਰ ਹੋਏ, ਸੋਹਣਾ ਜਾਮਾ ਸਤਿਗੁਰੂ ਦਾ ਪਹਿਨਿਆ ਹੋਇਆ, ਜਿਵੇਂ ਦੀਵਾਨ ਵਿੱਚ ਤਖਤ ਉੱਤੇ ਆ ਕੇ ਬਿਰਾਜਦੇ ਹੈ ਨਾ, ਇੱਦਾਂ ਮਹਾਰਾਜ ਜੀ ਜਾ ਰਹੇ ਨੇ। ਸਾਰੀਆਂ ਸੰਗਤਾਂ ਖਲੋ ਗਈਆਂ, ਜਿੰਨੇ ਵੀ ਉੱਥੇ ਸੀ ਮਾਈ ਭਾਈ, ਅਤੇ ਮਹਾਰਾਜ ਜੀ ਸਾਹਿਬ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਦੇ ਕਰਕੇ ਅਤੇ ਉਹ ਜਿਹੜੀ ਚਿਖਾ ਸੀ ਉੱਧਰ ਨੂੰ ਜਾ ਰਹੇ ਨੇ। ਮਹਾਰਾਜ ਨੇ ਕਿਹਾ ਸਿੱਖੋ ਚਿਖਾ ਜਦੋਂ ਸਾਰੀ ਸੱਜ ਜਾਵੇ ਕਿਸੇ ਨੇ ਅੰਦਰ ਨਹੀਂ ਰਹਿਣਾ ਹੈ, ਬਾਹਰ ਨੂੰ ਆ ਜਾਣਾ। ਸਾਰੇ ਭਾਈ ਬਾਹਰ ਆ ਗਏ। ਉੱਥੇ ਜਾ ਕੇ ਸਤਿਗੁਰੂ ਮਹਾਰਾਜ ਜੀ ਫਿਰ ਖਲੋ ਕੇ ਆਪਣੇ ਸਾਰੇ ਸਿੱਖਾਂ ਵੱਲ ਨੂੰ ਮਹਾਰਾਜ ਨੇ ਪਿੱਛੇ ਨੂੰ ਝਾਤੀ ਮਾਰੀ। ਸਾਰੇ ਸਿੱਖਾਂ ਵੱਲ ਵੇਖ ਕੇ ਮਹਾਰਾਜ ਕਹਿੰਦੇ ਸਿੱਖੋ ਮਨ ਨਾ ਭਰੋ, ਮੈਂ ਸਰੀਰ ਕਰਕੇ ਤੁਹਾਡੇ ਤੋਂ ਓਹਲੇ ਹੋ ਰਿਹਾ ਹਾਂ, ਪਰ ਆਪਣੀ ਜੋਤ ਕਰਕੇ ਕਦੀ ਤੁਹਾਡੇ ਤੋਂ ਓਹਲੇ ਨਹੀਂ ਹੋਵਾਂਗਾ। ਬਸ ਸਾਡੇ ਬਚਨ ਜਿਹੜੇ ਤੁਹਾਨੂੰ ਹੁਕਮ ਕੀਤੇ ਇਹਨਾਂ ਨੂੰ ਮੰਨਣਾ। ਗੁਰੂ ਗ੍ਰੰਥ ਸਾਹਿਬ ਨੂੰ ਸਾਡਾ ਰੂਪ ਕਰਕੇ, ਸਾਡੇ ਤੋਂ ਵੀ ਵੱਡਾ ਪਰਮੇਸ਼ਰ ਰੂਪ ਕਰਕੇ ਇਹਨਾਂ ਨੂੰ ਤੁਸੀਂ ਜਾਣਨਾ, ਇਹਨਾਂ ਦੀ ਸਦਾ ਹਜ਼ੂਰੀ ਵਿੱਚ ਰਹਿਣਾ, ਇਹਨਾਂ ਦਾ ਅਦਬ ਸਤਿਕਾਰ ਰੱਖਣਾ। ਤੁਸੀਂ ਖਾਲਸਾ ਜੀ ਸਦਾ ਬਾਣੀ ਦੇ ਲੜ ਲੱਗੇ ਰਹਿਣਾ, ਸ਼ਸਤਰ ਵਿੱਦਿਆ ਕਦੀ ਨਹੀਂ ਤਿਆਗਣੀ, ਸ਼ਸਤਰ ਹਮੇਸ਼ਾ ਆਪਣੇ ਅੰਗ ਸੰਗ ਰੱਖਣਾ ਅਤੇ ਸ਼ਸਤਰ ਚਲਾਉਂਦੇ ਵੀ ਰਹਿਣਾ, ਸ਼ਸਤਰਾਂ ਦੀ ਵੀ ਨਾਲ ਪੂਜਾ ਕਰਨੀ ਹੈ। ਫਿਰ ਤੁਹਾਨੂੰ ਕਦੀ ਵੀ ਕੋਈ ਹਰਾ ਨਹੀਂ ਸਕੇਗਾ, ਮਾਰ ਨਹੀਂ ਸਕੇਗਾ, ਤੁਹਾਡੀ ਸਦਾ ਹੀ ਫਤਿਹ ਹੋਵੇਗੀ। ਇਹ ਕਹਿ ਕੇ ਬਚਨ ਤੇ ਮਹਾਰਾਜ ਨੇ ਸਭ ਖਾਲਸੇ ਨੂੰ ਕਹਿ ਲਓ ਸਰੀਰ ਕਰਕੇ ਆਖਰੀ ਫਤਿਹ ਬੁਲਾ ਦਿੱਤੀ। ਫਤਿਹ ਬੁਲਾਈ, ਸਭ ਸੰਗਤਾਂ ਨੇ ਸੰਗਤ ਜੀ ਰੋਂਦਿਆਂ ਰੋਂਦਿਆਂ ਵਿਰਾਗ ਦੇ ਨਾਲ ਭਰਿਆ ਹੋਇਆਂ ਫਤਿਹ ਦਾ ਚਲੋ ਜਵਾਬ ਦਿੱਤਾ ਅਤੇ ਮਹਾਰਾਜ ਜੀ ਸਭ ਦੇ ਦੇਖਦਿਆਂ ਦੇਖਦਿਆਂ ਅੰਦਰ ਚਲੇ ਗਏ। ਜਿਹੜੀ ਚਿਖਾ ਸਜੀ ਹੋਈ ਸੀ ਉਹਦੇ 'ਤੇ ਜਾ ਕੇ ਵੀਰ ਆਸਣ ਲਾ ਕੇ ਮਹਾਰਾਜ ਜੀ ਬੈਠ ਗਏ। ਅਤੇ ਫਿਰ ਅੱਗ ਥੋੜ੍ਹੀ ਕਿਸੇ ਨੇ ਲਾਉਣੀ ਸੀ ਆ ਕੇ, ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਆਪ ਹੀ ਸੰਗਤ ਜੀ ਉਹ ਅਗਨੀ ਪ੍ਰਗਟ ਕੀਤੀ ਸੀ। ਸਾਰੀ ਅੱਗ ਕਹਿੰਦੇ ਲੱਕੜਾਂ ਨੂੰ ਸਾੜ ਕੇ ਸਵਾਹ ਹੋ ਗਈ। ਮਹਾਰਾਜ ਜੀ ਜਿਉਂ ਦੇ ਤਿਉਂ ਵਿੱਚੇ ਬੈਠੇ ਸਨ। ਫਿਰ ਆਪ ਹੀ ਹੌਲੀ ਹੌਲੀ ਜਿਹੜਾ ਸਤਿਗੁਰਾਂ ਦਾ ਸਰੂਪ ਸੀ ਉਹ ਜੋਤ ਦੀ ਸ਼ਕਲ ਵਿੱਚ ਬਣਦਾ ਗਿਆ, ਕਿਉਂਕਿ ਇਹ ਮਹਾਰਾਜ ਜੀ ਦਾ ਆਪਣਾ ਅਸਲੀ ਸਰੂਪ ਸੀ ਨਾ। ਸਰੀਰ ਤਾਂ ਇੱਕ ਕੇਵਲ ਦਿਖਾਵੇ ਮਾਤਰ ਮਹਾਰਾਜ ਨੇ ਪ੍ਰਗਟ ਕੀਤਾ ਸੀ। ਇੱਦਾਂ ਸਤਿਗੁਰੂ ਮਹਾਰਾਜ ਨੇ ਸੰਗਤ ਜੀ ਉਹ ਆਪਣਾ ਸਰੂਪ ਜਿਹੜਾ ਸੀ ਨਾ ਉਹਨੂੰ ਪ੍ਰਕਾਸ਼ ਦੇ ਵਿੱਚ ਹੀ ਮੇਲ ਲਿਆ।
ਔਰ ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਸਣ ਦੇ ਹੀ ਸੱਚਖੰਡ ਗਏ ਹੈ, ਤਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਸਣ ਦੇ ਹੀ ਸੱਚਖੰਡ ਨੂੰ ਪਿਆਨਾ ਕਰਦੇ ਆ। ਆਦ ਔਰ ਅੰਤ ਮਹਾਰਾਜ ਜੀ ਇੱਕੋ ਹੀ ਮੇਲ ਕਰਕੇ ਦੱਸਦੇ ਭਾਈ ਗੁਰੂ ਕੋਈ ਸਰੀਰ ਨਹੀਂ ਸੀ। ਗੁਰੂਆਂ ਨੇ ਸਰੀਰ ਬਾਸਾ ਸੰਸਾਰ ਦੇ ਲੋਕਾਂ ਦੀ ਭਲਾਈ ਵਾਸਤੇ ਧਾਰਿਆ ਸੀ, ਤਾਂ ਕਿ ਇਹਨਾਂ ਨੂੰ ਸਮਝ ਪੈ ਸਕੇ ਵੀ ਸਾਡਾ ਮਨੁੱਖਾ ਜੀਵਨ ਹੈ ਕਾਹਦੇ ਵਾਸਤੇ। ਐਸੇ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਸੰਗਤ ਜੀ ਅੱਜ ਦੇ ਦਿਨ ਫਿਰ ਸ਼ਾਮਾਂ ਨੂੰ ਕਹਿ ਲਓ ਕਿ ਜੋਤੀ ਜੋਤ ਸਮਾ ਗਏ। ਸਭ ਸੰਗਤਾਂ ਨੂੰ ਇਸੇ ਤਰ੍ਹਾਂ ਗੁਰੂ ਮਹਾਰਾਜ ਨੇ ਦਰਸ਼ਨ ਦਿਦਾਰੇ ਬਖਸ਼ੇ। ਪਰ ਇਹ ਨਹੀਂ ਕਿ ਗੁਰੂ ਮਹਾਰਾਜ ਸਾਡੇ ਜੋਤੀ ਜੋਤ ਸਮਾ ਗਏ ਅਤੇ ਹੁਣ ਗੁਰੂ ਦਾ ਵਜੂਦ ਹੀ ਖਤਮ ਹੋ ਗਿਆ। ਨਹੀਂ ਭਾਈ, ਮਹਾਰਾਜ ਜੀ ਉਸੇ ਸਮੇਂ ਜਦੋਂ ਇੱਧਰ ਸਾਰਾ ਭਾਣਾ ਵਰਤਿਆ ਸਿੱਖਾਂ ਦੇ ਸਾਹਮਣੇ, ਉੱਧਰ ਬਾਹਰ ਜਿਹੜੇ ਹੋਰ ਸਿੱਖ ਹੈ ਉਹਨਾਂ ਨੂੰ ਦਰਸ਼ਨ ਵੀ ਦੇ ਰਹੇ ਆ। ਇੱਕ ਸਿੱਖ ਨੂੰ ਮਹਾਰਾਜ ਜੀ ਘੋੜੇ ਚੜ੍ਹ ਕੇ ਦਰਸ਼ਨ ਦਿੱਤੇ, ਜਿਹੜਾ ਲਾਂਗਰੀ ਸਿੱਖ ਸੀ ਸ਼ਾਇਦ। ਮਹਾਰਾਜ ਕਹਿੰਦੇ ਉਹ ਜਾ ਸਿੱਖ ਰੋ ਰਹੇ, ਉਹਨਾਂ ਨੂੰ ਕੋ ਰੋਵੋ ਨਾ, ਮੈਂ ਕਿਤੇ ਨਹੀਂ ਗਿਆ, ਤੁਹਾਡੇ ਵਿੱਚ ਹੀ ਹਾਂ। ਉਹ ਭੱਜਾ ਆਇਆ, ਉਹਨੇ ਦੱਸਿਆ ਆ ਕੇ, ਪਰ ਕਿਸੇ ਨੇ ਯਕੀਨ ਨਾ ਕੀਤਾ ਵੀ ਕਿਉਂਕਿ ਸਾਡੇ ਸਾਹਮਣੇ ਹੀ ਕਹਿੰਦੇ ਸਾਰਾ ਕੁਝ ਹੋਇਆ। ਇੱਕ ਸਾਧੂ ਸੰਤ ਸੀ ਸੰਗਤ ਜੀ ਉੱਥੇ ਰਹਿੰਦਾ, ਉਹਨੂੰ ਮਹਾਰਾਜ ਨੇ ਜਾ ਕੇ ਦਰਸ਼ਨ ਦਿੱਤੇ। ਕਹਿੰਦਾ ਮਹਾਰਾਜ ਇਕੱਲੇ ਹੀ ਘੋੜੇ 'ਤੇ ਸਵਾਰ ਹੋਏ ਹੋ? ਮਹਾਰਾਜ ਕਹਿੰਦੇ ਜਿੱਥੇ ਚੱਲਣੀ ਉੱਥੇ ਇਕੱਲਿਆਂ ਹੀ ਭਾਈ ਜਾਈਦਾ ਹੈ। ਜਾ ਸਾਡੇ ਸਿੱਖ ਉੱਤੇ ਬਰਾਕ ਕਰਦੇ ਪਏ ਆ ਕੜਾਹ ਪ੍ਰਸ਼ਾਦ ਲੈ ਜਾ ਅਤੇ ਜਾ ਕੇ ਉਹਨਾਂ ਨੂੰ ਵਰਤਾ ਦਿਓ, ਕਹਿ ਦਿਓ ਕਿ ਮੈਂ ਕਿਤੇ ਨਹੀਂ ਗਿਆ, ਤੁਹਾਡੇ ਵਿੱਚ ਹੀ ਹਾਂ। ਉਹ ਵੀ ਆ ਗਿਆ ਅਤੇ ਉਹਨੇ ਵੀ ਕੜਾਹ ਪ੍ਰਸ਼ਾਦ ਆ ਕੇ ਵਰਤਾਇਆ। ਉਹਨੇ ਵੀ ਕਿਹਾ ਜੀ ਮੈਨੂੰ ਮਹਾਰਾਜ ਮਿਲੇ ਘੋੜੇ 'ਤੇ ਚੜ੍ਹੇ। ਜਿਹੜਾ ਘੋੜਿਆਂ ਦੇ ਤਬੇਲੇ ਦਾ ਸੇਵਾਦਾਰ ਸੀ ਉਹਨੇ ਜਾ ਕੇ ਤਬੇਲੇ 'ਚ ਵੇਖਿਆ ਅਤੇ ਉਹ ਜਿਹੜਾ ਮਹਾਰਾਜ ਜੀ ਦਾ ਘੋੜਾ ਸੀ ਉੱਥੇ ਹੈ ਹੀ ਨਹੀਂ। ਬਾਕੀ ਜਿੰਨੇ ਘੋੜੇ ਸਨ ਉਹਨਾਂ ਸਾਰਿਆਂ ਦੇ ਘੋੜਿਆਂ ਦੀਆਂ ਅੱਖਾਂ ਵਿੱਚ ਹੰਝੂ ਭਰੇ ਹੋਏ ਸੀ। ਉਹਨੇ ਆ ਕੇ ਤਬੇਲੇ ਵਾਲੇ ਨੇ ਵੀ ਦੱਸਿਆ ਜੀ ਉੱਥੇ ਘੋੜਾ ਹੀ ਨਹੀਂ ਮਹਾਰਾਜ ਜੀ ਦਾ। ਅਤੇ ਫਿਰ ਸੰਗਤ ਜੀ ਉਹ ਸਿੱਖਾਂ ਦੇ ਮਨ ਦੇ ਵਿੱਚ ਕੁਝ ਕੁ ਕਹਿ ਲਓ ਧਰਾਸ ਬੱਝੀ ਕਿ ਭਾਈ ਇਹ ਤਾਂ ਚੋਜੀ ਪ੍ਰੀਤਮ ਦੇ ਕਚੋਜ ਹੀ ਨੇ, ਇੱਥੇ ਕਰ ਗਏ, ਮਹਾਰਾਜ ਤਾਂ ਕਿਤੇ ਨਹੀਂ ਗਏ। ਸਾਡੇ ਸਤਿਗੁਰੂ ਤਾਂ ਸਦਾ ਸਦਾ ਹੀ ਹੈ। ਬਾਣੀ ਦੇ ਸ਼ਬਦ ਪੜ੍ਹਦੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਿਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ। ਐਸੇ ਗੁਰੂ ਕਲਗੀਧਰ ਮਹਾਰਾਜ ਜਿਨ੍ਹਾਂ ਦੀ ਵਡਿਆਈ ਕਰਦਿਆਂ ਸੰਗਤ ਜੀ ਕਹਿ ਲਓ ਹਜ਼ਾਰਾਂ ਪੁਸਤਕਾਂ ਜਿਹੜੀਆਂ ਨੇ ਉਹ ਰੱਜ ਰੱਜ ਕੇ ਮਹਾਰਾਜ ਦੀ ਵਡਿਆਈਆਂ ਕਰ ਰਹੀਆਂ ਹਨ। ਹਜ਼ਾਰਾਂ ਕਵੀਆਂ ਨੇ ਮਹਾਰਾਜ ਦੀ ਵਡਿਆਈ ਗਾਇਨ ਕੀਤੀ ਹੈ। ਅੱਲਾ ਯਾਰ ਖਾਂ ਜੋਗੀ ਪਿੱਛੇ ਨਹੀਂ ਰਹਿੰਦੇ। ਉਹ ਕਹਿੰਦੇ ਕਰਤਾਰ ਕੀ ਸੁਗੰਧ ਹੈ, ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਤਾਰੀਫ ਗੁਰੂ ਗੋਬਿੰਦ ਸਿੰਘ ਕੀ ਵੋ ਕਮ ਹੈ। ਜਿੰਨੀ ਵੀ ਵਡਿਆਈਆਂ ਕਰ ਲਓ ਗੁਰੂ ਕਲਗੀਧਰ ਦੀਆਂ ਸਾਧ ਸੰਗਤ ਜੀ ਕਹਿੰਦੇ ਉਹ ਥੋੜ੍ਹੀਆਂ ਹੀ ਪੈ ਜਾਣਗੀਆਂ, ਪਰ ਮੁਕੰਮਲ ਗੁਰੂ ਕੀ ਵਡਿਆਈ ਨਹੀਂ ਹੋ ਸਕਦੀ। ਇਸੇ ਕਰਕੇ ਬਾਬਾ ਸੁੰਦਰ ਸਿੰਘ ਜੀ ਮਹਾਂਪੁਰਸ਼ਾਂ ਨੇ ਇੱਕ ਕਵਿਤਾ ਬਣਾਈ ਸੀ, ਕਹਿੰਦੇ ਗੁਰੂ ਦੀ ਜੇ ਲੋੜ ਹੋਵੇ, ਗੁਰੂ ਵੀ ਜਿਹਾ ਹੋਵੇ, ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ, ਵਾਰ ਪਰਿਵਾਰ ਚਾਰੇ ਬੱਚਿਆਂ ਕੋ ਹਾਏ ਦੇਵੇ, ਦੇਸ਼ ਕੌਮ ਉਤੋਂ ਬਾਲ ਵਾਲ ਕੁਰਬਾਨ ਜੀ, ਸਾਰੀ ਰਾਤ ਪਹਿਰਾ ਦੇਵੇ, ਆਪ ਚੌਂਕੀਦਾਰ ਹੋ ਕੇ, ਪਾਪ ਅੱਗ ਵਿੱਚੋਂ ਲਵੇ, ਸਿੱਖ ਨੂੰ ਨਿਕਾਲ ਜੀ। ਤੋ ਇੱਦਾਂ ਭਾਈ ਕਹਿੰਦੇ ਜੇ ਗੁਰੂ ਦੀ ਲੋੜ ਤਾਂ ਫਿਰ ਗੁਰੂ ਦਸ਼ਮੇਸ਼ ਬਾਜਾਂ ਵਾਲਾ ਹੀ ਭਾਈ ਹੋਵੇ। ਐਸੇ ਸਤਿਗੁਰੂ ਮਹਾਰਾਜ ਜੀ ਦਾ ਸੰਗਤ ਜੀ ਜੋਤੀ ਜੋਤ ਪੁਰਬ ਹੈ। ਮਹਾਰਾਜ ਜੀ ਕਿਰਪਾ ਕਰਨ, ਸਾਡੇ ਸਾਰਿਆਂ ਦੀ ਹਾਜ਼ਰੀ ਆਪਣੇ ਚਰਨਾਂ 'ਚ ਲਾ ਕੇ ਰੱਖਣ। ਜੋ ਮਹਾਰਾਜ ਜੀ ਦਾ ਉਪਦੇਸ਼ ਸਾਨੂੰ ਦਿੱਤਾ ਹੋਇਆ ਹੈ, ਬਾਣੀ ਦਾ ਉਪਦੇਸ਼ ਹੈ, ਰਹਿਤ ਵੈਦ ਦਾ ਉਪਦੇਸ਼ ਹੈ, ਇਹ ਉਪਦੇਸ਼ ਨੂੰ ਸੁਣ ਕੇ ਮੰਨ ਕੇ ਕਮਾਉਣ ਦਾ ਯਤਨ ਕਰੀਏ। ਮਹਾਰਾਜ ਜੀ ਸਾਡੀ ਸਭ ਦੀ ਹਾਜ਼ਰੀ ਪ੍ਰਵਾਨ ਕਰਨ। ਭੁੱਲਾਂ ਚੁੱਕਾਂ ਦੀ ਖਿਮਾ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।